ਨੇ ਦਿੱਤੇ ਨੇ, ਇਹਨਾਂ ਦੇ ਨਾਲ ਕੰਮ ਧੰਦੇ ਕਰਨੇ ਨੇ। ਤੇ ਜਿਹੜੀ ਰਸਨਾ ਦਿੱਤੀ ਆ, ਜੀਭਾ ਦਿੱਤੀ ਆ, ਇਹਦੇ ਨਾਲ ਪਰਮਾਤਮਾ ਦਾ ਨਾਮ ਜਪਣਾ। ਏਦਾਂ ਭਗਤ ਦੀ ਬਾਣੀ 'ਚ ਕਹਿੰਦੇ ਨੇ, ਸੁਆਓ ਸਤਿਪੁਰਸ਼ ਮਹਾਂਪੁਰਖ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਪਹੁੰਚ ਚੁੱਕੇ ਨੇ। ਜੋ ਸੰਗਤਾਂ ਪੰਡਾਲ ਤੋਂ ਬਾਹਰ ਨੇ, ਸੋ ਪਹੁੰਚੋ। ਸ਼ਾਂਤ ਰਸ ਬਣਾ ਕੇ ਮਹਾਂਪੁਰਖਾਂ ਦੇ ਕਮਾਏ ਪ੍ਰਵਚਨ ਸਰਵਣ ਕਰਕੇ ਸਾਰਿਆਂ ਨੇ ਆਪੋ ਆਪਣੇ ਸਮੇਂ ਅਤੇ ਸਵਾਸਾਂ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਣ ਗੋਬਿੰਦ ਗੁਣ ਸੁਣੋ ਅਰ ਗਾਵੋ ਰਸਨਾ ਗੀਤ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪਨੀਤ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਤਰ ਜਾਵੇਂਗਾ ਕਰ ਲੈ ਸਾਧ ਸੰਗਤ, ਤਰ ਜਾਵੇਂਗਾ ਕਰ ਲੈ ਸਾਧ ਸੰਗਤ, ਤਰ ਜਾਵੇਂਗਾ।
धर्म सब पाया तुझे काट पाया जन्म पिता लोग सुख बनता कोई न किसी संगत मिले तो तरिया मेरे माधो साथ संगत मिले तो तरिया मेरे माधो साध संगत जो दूरों नेड़े तो चल के दुनियावी तंदे तंदारां तो छुटकारा पा के कथा कीर्तन गुरबाणी गुरमत विचारां दा लाहा लैण वास्ते पहुंचना कीता है गुरु दरबार विच।
ਜੁਗੋ ਜੁਗ ਅਟਲ ਸਤਿਗੁਰੂ ਤਖਤ ਚਵਰ ਛਤਰ ਦੇ ਮਾਲਕ। ਸ਼ਬਦ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ। ਸਰਬੱਤ ਦੁਨੀਆ ਦੇ ਸਾਂਝੇ ਰਹਿਬਰ ਪ੍ਰਤੱਖ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਡਭਾਗਾ ਸਮਾਂ ਸਤ ਸੰਗਤ ਦਾ ਪ੍ਰਾਪਤ ਹੋ ਰਿਹਾ ਹੈ। ਸੋ ਆਪ ਜੀ ਨੇ ਕਈ ਵਾਰ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਹੈ। ਸਤ ਸੰਗਤ ਦਾ ਸਮਾਂ ਹਮੇਸ਼ਾ ਹੀ ਵੱਡੇ ਭਾਗਾਂ ਕਰਕੇ ਪ੍ਰਾਪਤ ਹੋਇਆ ਕਰਦਾ ਹੈ। ਗੁਰਬਾਣੀ ਥਾਂ ਪਰ ਥਾਂ ਸਾਧ ਸੰਗਤ ਇਸ ਗੱਲ ਦੇ ਬਾਰੇ ਦੱਸਦੀ ਹੈ ਬੇਅੰਤ ਸ਼ਬਦ ਪੰਕਤੀਆਂ ਗੁਰਬਾਣੀ ਦੀਆਂ ਸਾਨੂੰ ਦਰਸਾ ਰਹੀਆਂ ਹਨ, ਸਮਝਾ ਰਹੀਆਂ ਹਨ ਕਿ ਸਤ ਸੰਗਤ ਦੀ ਪ੍ਰਾਪਤੀ ਵੱਡੇ ਭਾਗਾਂ ਕਰਕੇ ਹੁੰਦੀ ਹੈ। ਸਾਧ ਸੰਗਤ ਇੱਕ ਸਾਧਨ ਹੈ। ਜਿਸ ਤਰ੍ਹਾਂ ਮਾਂ ਦੇ ਪੇਟ ਦੇ ਵਿੱਚ ਇੱਕ ਸਾਧ ਸੰਗਤ ਬੱਚੇ ਦੀ ਘਾੜਤ ਘੜੀ ਜਾਂਦੀ ਹੈ, ਇੱਕ ਬੱਚੇ ਦੀ ਬਣਤਰ ਬਣਦੀ ਹੈ। ਇਸੇ ਤਰ੍ਹਾਂ ਸਤ ਸੰਗਤ ਦੇ ਵਿੱਚ ਮਨੁੱਖ ਦਾ ਆਤਮਿਕ ਤੌਰ ਤੇ ਸਾਧ ਸੰਗਤ ਵਿਕਾਸ ਹੁੰਦਾ ਹੈ। ਸਤ ਸੰਗਤ ਦੇ ਵਿੱਚ ਸਾਡਾ ਮਨ ਕਰਕੇ ਆਤਮਾ ਕਰਕੇ ਨਵਾਂ ਜਨਮ ਹੁੰਦਾ। ਪੰਜਾਂ ਤੱਤਾਂ ਦੇ ਸਾਧ ਸੰਗਤ ਸਰੀਰ ਦੀ ਰਚਨਾ ਮਾਤਾ ਦੇ ਉਦਰ ਵਿੱਚ ਰਚੀ ਗਈ। ਪੰਜਾਂ ਤੱਤਾਂ ਦਾ ਸਰੀਰ ਉਸ ਜਗ੍ਹਾ ਤੋਂ ਪ੍ਰਾਪਤ ਹੋ ਗਿਆ। ਪਰ ਇਸ ਜਨਮ ਤੋਂ ਬਿਨਾਂ ਸਾਧ ਸੰਗਤ ਇੱਕ ਹੋਰ ਜਨਮ ਹੈ ਜਿਹਦੇ ਬਾਰੇ ਬਾਣੀ ਦੇ ਵਿੱਚ ਸ਼ਬਦ ਆਉਂਦੇ ਹੈ, ਸਤਿਗੁਰ ਕੈ ਜਨਮੈ ਗਵਣ ਮਟਾਇਆ। ਇੱਕ ਜਨਮ ਲਿਆ ਮਾਂ ਬਾਪ ਦੇ ਘਰ, ਇੱਕ ਜਨਮ ਲੈਣਾ ਹੈ ਸਤਿਗੁਰੂ ਦੇ ਘਰ। ਸਾਧ ਸੰਗਤ ਉਹ ਜਨਮ ਹੁੰਦਾ ਸਤ ਸੰਗਤ ਦੇ ਵਿੱਚ ਆ ਕੇ। ਪੁਰਾਤਨ ਗ੍ਰੰਥਾਂ ਵਿੱਚ, ਸਨਾਤਨ ਧਰਮ ਦੇ ਗ੍ਰੰਥਾਂ ਦੇ ਵਿੱਚ ਸਾਖੀ ਆਉਂਦੀ ਹੈ ਨਾਰਦ ਮੁਨੀ ਦੀ। ਸੁਖਦੇਵ ਮੁਨੀ ਦੀ ਸਾਖੀ ਆਉਂਦੀ ਹੈ ਕਿ ਉਹ ਡਰਦਾ ਮਾਤਾ ਦੇ ਉਦਰ ਦੇ ਵਿੱਚ ਲੁਕ ਗਿਆ। ਕਿੰਨਾ ਚਿਰ ਲੁਕਿਆ ਰਿਹਾ? ਸਾਖੀਕਾਰਾਂ ਨੇ ਸਾਧ ਸੰਗਤ 12 ਸਾਲਾਂ ਦਾ ਸਮਾਂ ਦੱਸਿਆ। ਕਹਿੰਦੇ ਸ਼ਿਵ ਜੀ ਪਾਰਵਤੀ ਨੂੰ ਅਮਰ ਕਥਾ ਸੁਣਾ ਰਹੇ ਸੀ। ਸੁਣਦਿਆਂ ਸੁਣਦਿਆਂ ਪਾਰਵਤੀ ਨੂੰ ਨੀਂਦ ਆ ਗਈ। ਨੇੜੇ ਸਾਧ ਸੰਗਤ ਇੱਕ ਤੋਤਾ ਬੈਠਾ ਸੀ। ਸ਼ਿਵ ਜੀ ਕਥਾ ਸੁਣਾਈ ਜਾਂਦੇ, ਪਾਰਵਤੀ ਸੁੱਤੀ ਹੈ। ਹੁੰਗਾਰਾ ਸਾਧ ਸੰਗਤ ਤੋਂ ਤੋਤਾ ਭਰੀ ਗਿਆ।
ਉਸ ਤੋਤੇ ਦੇ ਵੱਲੋਂ ਸਾਧ ਸੰਗਤ ਦਿੱਤੀ ਜਾਂਦੀ ਰਹੀ। ਕਥਾ ਪੂਰੀ ਹੋਈ। शिव जी ने ध्यान मार के देखिया पार्वती तो सुती पई है, हंगारा कौन भरदा सी। कोई बात सुनावे, कोई कथा सुनावे। जिन्ना चिर हंगारा ना साध संगत भरीए ते उन्ना चिर सुनाउण वाले नूं पूरा आनंद नहीं आउंदा। शिव जी सोचन लगे, जे पार्वती सुती पई सी, हंगारा कौन भरदा सी। कहंदे ने नजर पई एक साध संगत तोता बैठा है, हंगारा वो भरी गया। शिव जी ने सोचा इन्हें अमर कथा सुन ली, ये ते अमर हो जाएगा। अपना तरसूल लैके जदों साध संगत मारन वास्ते गए, उस समय साखी दे विच साध संगत लिखिया है कि उन्हें एक माता दे उदर दा आसरा तकिया, माता दे उदर दे विच लुक गया। किन्ना चिर लुकिया रहा? 12 साल। पर कुदरत दे साध संगत नियम दे उल्ट है। 9 महीनों बाद साध संगत बच्चे नूं जन्म लेना पैंदा। 12 वरे साध संगत माता दे गर्भ दे विच किस तरह रह सकदा सी। भाई गुरदास जी कहंदे 12 वरे गर्भास में जमदियां ही सुख लई उदासी। कहंदे 12 वरे गर्भ दे विच ते जमदे ही उदासी धारण कर लई। जमदियां सारी साधु बन गया, विहंगम बन गया। 12 वरे गर्भास में जमदियां ही सुख लई उदासी। सुख नाम सुखदेव मुनि दा। कहंदे जमदियां ही उदास उपराम हो के ते तपस्या करने वास्ते चलिया गया। साध संगत विद्वाना ने 2 गल्लां दसियां ने। साखी पढ़न वालियां ने साखी पढ़ी, सुनन वालियां ने सुनी। 2 गल्लां दा निर्णय कीता। वो आखन लगे, पहली गल ये कुदरत दे निजम दे उल्ट है। कोई 12 वरे गर्भ दे विच नहीं रह सकदा। ते दूजा, जमदियां सार कोई भी बैरागी उदासी नहीं बन सकता। फिर साध संगत नतीजा की कढ़िया? वो 12 साल केड़े गर्भ दे विच रहा? 12 साल सुखदेव मुनि सत संगत दे विच रहा। भाई गुरदास जी ने साध संगत इनू एक गर्भ की न्याई मनी है। जिस तरह आप बचन करते सी, मां दे उदर दे विच साध संगत ये शरीर की घाट घड़ी जाती है। इस तरह सत संगत दे विच मन की आत्मा की साध संगत घाट घड़ी जाती है। 12 वरे सत संगत दे विच रहा, सोझी मिली, सत संगत दे विचों ज्ञान मिलिया। 12 वरे गर्भवास में 12 साल सत्संग करता रहा। ते साध संगत 12 सालों बाद जदों उन्होंने ज्ञान की प्राप्ति हुई, जमदियां ही सुख लई उदासी। सत संगत दे विचों एक नवा जन्म मिलिया। सत संगत दे विचों एक नवा जीवन मिलिया। सत संगत दे विचों नवे सिद्धांत मिले। सत संगत दे विचों साध संगत नवा ज्ञान मिलिया।
ਜੰਮਦਿਆਂ ਹੀ ਸੁਖ ਲਈ ਉਦਾਸੀ। ਫਿਰ ਸਤ ਸੰਗਤ ਦੇ ਵਿੱਚੋਂ ਸਾਧ ਸੰਗਤ ਨਵਾਂ ਜੀਵਨ ਪ੍ਰਾਪਤ ਕਰਕੇ ਮਹਾਨ ਰਿਸ਼ੀ ਬਣਿਆ ਸੁਖਦੇਵ ਮੁਨੀ। ਨਾਮ ਜਪਣ ਵਾਲਾ ਭਜਨੀਕ ਪੁਰਸ਼ ਬਣਿਆ ਹੈ। ਇਸ ਤਰ੍ਹਾਂ ਦੇ ਨਾਲ ਆਪਾਂ ਵਿਚਾਰ ਕਰ ਰਹੇ ਸੀ ਸੰਗਤ ਦੇ ਵਿੱਚ ਆਉਣਾ। ਕੇਵਲ ਇੰਨਾ ਹੀ ਨਹੀਂ ਆਏ ਤੇ ਵਾਪਸ ਚਲੇ ਗਏ, ਬੈਠੇ ਇੱਥੇ ਆ ਮਨ ਕਿਤੇ ਹੋਰ ਹੈ, ਜਾਂ ਸਾਧ ਸੰਗਤ ਲੰਗਰ ਪ੍ਰਸ਼ਾਦਾ ਛਕਿਆ, ਜਾਂ ਕੁਝ ਸਮਾਂ ਚਲੋ ਜੀ ਟਾਈਮ ਪਾਸ ਹੋ ਗਿਆ। ਗੁਰੂ ਘਰ ਦੇ ਵਿੱਚੋਂ, ਸਤਿਗੁਰਾਂ ਦੇ ਦਰਬਾਰ ਦੇ ਵਿੱਚੋਂ ਕੋਈ ਵਿਚਾਰਧਾਰਾ, ਕੋਈ ਸਤਿਗੁਰੂ ਦੇ ਘਰ ਦਾ ਸਿਧਾਂਤ, ਕੋਈ ਗੁਰੂ ਦੇ ਘਰ ਦੀ ਸਾਧ ਸੰਗਤ ਵਿਚਾਰ, ਇਹ ਨਾਲ ਲੈ ਕੇ ਜਾਣੀ। ਬੱਚਾ ਸਕੂਲ ਦੇ ਵਿੱਚ 6-7 ਘੰਟੇ ਰਿਹਾ ਤੇ ਸਿੱਖਿਆ ਕੁਝ ਵੀ ਨਹੀਂ, ਆਪਾਂ ਕੀ ਆਖਦੇ ਆ? ਆਪਾਂ ਸਾਧ ਸੰਗਤ ਉਹਨੂੰ ਇਹ ਗੱਲ ਆਖਦੇ ਆ ਕਿ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ, ਰੋਜ਼ ਸਕੂਲੇ ਜਾਂਦਾ ਰਿਹਾ ਤੇ ਸਿੱਖਿਆ ਕੁਝ ਵੀ ਨਾ, ਤੇ ਤੂੰ ਪੇਪਰਾਂ ਦੇ ਵਿੱਚੋਂ ਪਾਸ ਨਹੀਂ ਹੋਣ ਲੱਗਾ। ਸਤਿਗੁਰਾਂ ਦੀ ਇਹ ਚਾਟਸਾਲ ਹੈ, ਮੈਂ ਬੱਧੀ ਸੱਚ ਧਰਮਸ਼ਾਲ ਹੈ, ਗੁਰਸਿੱਖ ਲਹਿਦਾ ਭਾਲਕ ਹੈ। ਪਰ ਜੇ ਸਤ ਸੰਗਤ ਦੇ ਵਿੱਚ ਆ ਕੇ ਵੀ ਸਤ ਸੰਗਤ ਪ੍ਰਾਪਤ ਕੁਝ ਵੀ ਨਾ ਕੀਤਾ, ਜਿਵੇਂ ਆਏ ਸੀ ਉਵੇਂ ਹੀ ਚਲੇ ਗਏ, ਫਿਰ ਆਉਣ ਦਾ ਕੋਈ ਬਹੁਤਾ ਸਾਧ ਸੰਗਤ ਲਾਭ ਪ੍ਰਾਪਤ ਨਹੀਂ ਹੋਵੇਗਾ। ਇੱਥੋਂ ਨਵਾਂ ਜੀਵਨ ਲੈ ਕੇ ਜਾਣਾ ਹੈ। ਪੁਰਾਣਾ ਚੋਲਾ, ਪੁਰਾਣਾ ਸੁਭਾਅ, ਸਾਧ ਸੰਗਤ, ਪੁਰਾਣੀਆਂ ਵਿਚਾਰਾਂ, ਇਹਨਾਂ ਦਾ ਤਿਆਗ ਕਰ ਦੇਣਾ। ਇੱਥੋਂ ਇੱਕ ਨਵੇਂ ਸਾਧ ਸੰਗਤ ਜੀਵਨ ਦੀ ਸ਼ੁਰੂਆਤ ਕਰਨੀ। ਸਾਰਿਆਂ ਨੂੰ ਗੁਰਬਾਣੀ ਕਹਿੰਦੀ ਹੈ ਆਪਣੇ ਆਪ ਦਾ ਪਤਾ ਹੈ, ਮੇਰਾ ਸਰੂਪ ਕੀ ਹੈ, ਮੇਰਾ ਸੁਭਾਅ ਕਿਹੋ ਜਿਹਾ ਹੈ। ਆਪ ਭਲਾ ਕਰਤੂਤ ਅਤ ਨੀਕੀ, ਆਪੇ ਜਾਣੈ ਆਪਣੇ ਜੀ ਕੀ। ਆਪਣੇ ਜੀਵਨ ਦਾ ਸਾਧ ਸੰਗਤ ਸਾਰਿਆਂ ਨੂੰ ਹੀ ਪਤਾ ਹੁੰਦਾ ਹੈ। ਬਹੁਤੇ ਵੇਖ ਕੇ ਸਾਧ ਸੰਗਤ ਅੱਖਾਂ ਮੀਟੀ ਰੱਖਦੇ ਹੈ ਤੇ ਸਾਧ ਸੰਗਤ ਬਹੁਤੇ ਆਪਣੀਆਂ ਊਣਤਾਈਆਂ, ਆਪਣੀਆਂ ਬੁਰਾਈਆਂ, ਆਪਣੇ ਔਗਣਾਂ ਨੂੰ ਵੇਖ ਕੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਹੈ। ਬਹੁਤੇ ਆਪਣਾ ਸਾਧ ਸੰਗਤ ਸੁਭਾਅ, ਆਪਣੇ ਔਗਣਾਂ ਨੂੰ ਵੇਖ ਕੇ ਅਣਡਿੱਠ ਕਰ ਦਿੰਦੇ ਹੈ। ਆਪਣੀਆਂ ਬੁਰਾਈਆਂ ਦਾ ਸਾਧ ਸੰਗਤ ਆਪਣੇ ਆਪ ਨੂੰ ਪਤਾ ਹੈ, ਪਰ ਅੱਖਾਂ ਮੀਟ ਲਈਆਂ। ਤੇ ਸਾਧ ਸੰਗਤ ਜਿਹੜੇ ਵਿਚਾਰਵਾਨ ਹੁੰਦੇ ਹੈ, ਜਦੋਂ ਉਹਨਾਂ ਨੂੰ ਆਪਣੀਆਂ ਸਾਧ ਸੰਗਤ ਊਣਤਾਈਆਂ ਦਾ, ਆਪਣੀਆਂ ਬੁਰਾਈਆਂ ਦਾ ਪਤਾ ਲੱਗਦਾ ਨਾ, ਉਹ ਦੂਰ ਕਰਨ ਦਾ ਯਤਨ ਕਰਦੇ। ਬਸ ਜਿਹਨੇ ਕੋਸ਼ਿਸ਼, ਜਿਹਨੇ ਯਤਨ
ਸਾਧ ਸੰਗਤ ਆਰੰਭ ਦਿੱਤਾ, ਸਮਝੋ ਧਰਮ ਦੇ ਮਾਰਗ ਤੇ ਤੁਰ ਪਿਆ ਹੈ। ਉਹ ਗੁਰੂ ਦੇ ਮਾਰਗ ਤੇ ਤੁਰ ਪਿਆ ਹੈ, ਜਿਹਨੇ ਯਤਨ ਕੀਤਾ ਆਪਣੇ ਆਪ ਨੂੰ ਸਵਾਰਨ ਦਾ, ਆਪਣੇ ਆਪ ਨੂੰ ਘੜਨ ਦਾ, ਆਪਣੇ ਆਪ ਨੂੰ ਬਣਾਉਣ ਦਾ। ਉਹ ਗੁਰੂ ਦੇ ਮਾਰਗ ਤੇ ਚੱਲ ਪਿਆ। ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਆਪ ਸਵਾਰੇ ਮੈਂ ਵਚਨ ਹਨ। ਕਹਿੰਦੇ ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਸਾਰੇ ਲੱਭਣਾ ਚਾਹੁੰਦੇ ਆ ਰੱਬ ਨੂੰ, ਸਾਰੇ ਪਾਉਣਾ ਚਾਹੁੰਦੇ ਆ। ਹਰ ਇੱਕ ਜਗਿਆਸੂ ਸਾਧ ਸੰਗਤ ਭਾਵੇਂ ਉਹ ਕਿਸੇ ਧਰਮ ਦੇ ਨਾਲ ਸੰਬੰਧਿਤ ਹੈ, ਸਿੱਖ ਹੈ, ਤਾਂ ਉਹ ਚਾਹੁੰਦਾ ਹੈ ਮੈਂ ਵਾਹਿਗੁਰੂ ਅਕਾਲ ਪੁਰਖ ਨੂੰ ਮਿਲਾਂ, ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੀਦਾਰ ਹੋਵੇ, ਮੈਨੂੰ ਗੁਰਬਾਣੀ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਣ। ਹਰ ਸੱਚੇ ਸਿੱਖ ਦੀ ਇਹ ਅਭਿਲਾਸ਼ਾ। ਸਾਧ ਸੰਗਤ ਇੱਕ ਹਿੰਦੂ ਹੈ, ਉਹਦੇ ਮਨ ਦੀ ਅਭਿਲਾਸ਼ਾ ਹੈ ਮੈਨੂੰ ਸ਼੍ਰੀ ਰਾਮਚੰਦਰ ਦੇ ਦਰਸ਼ਨ ਹੋਣ, ਮੈਂ ਸ਼੍ਰੀ ਕ੍ਰਿਸ਼ਨ ਮਹਾਰਾਜ ਨੂੰ ਮਿਲਾਂ।
ਸਾਧ ਸੰਗਤ ਹਰ ਇੱਕ ਮੁਸਲਮਾਨ ਖੁਦਾ ਨੂੰ ਪਾਉਣਾ ਚਾਹੁੰਦਾ ਹੈ, ਖੁਦਾ ਨੂੰ ਮਿਲਣਾ ਚਾਹੁੰਦਾ ਹੈ। ਪਰ ਇਹਨਾਂ ਸਾਧ ਸੰਗਤ ਇਸ਼ਾਵਾਂ ਨੂੰ ਪੂਰੀਆਂ ਕਰਨ ਵਾਸਤੇ ਸਾਨੂੰ ਲੋੜ ਪੈਂਦੀ ਹੈ ਅਨੁਭਵੀ ਮਹਾਂਪੁਰਖਾਂ ਦੇ ਬਚਨਾਂ ਦੀ। ਭਗਤ ਫਰੀਦ ਜੀ ਇੱਕ ਜੁਗਤੀ ਦੱਸ ਰਹੇ, ਕਹਿੰਦੇ ਆਪ ਸਵਾਰੇ ਮੈਂ ਮਿਲਾਂ। ਘਰ ਦਾ ਸਾਧ ਸੰਗਤ ਕਮਰਾ ਗੰਦਾ ਹੋਵੇ, ਘਰ ਗੰਦਾ ਹੋਵੇ, ਕਿਸੇ ਮਹਿਮਾਨ ਨੇ ਆਉਣਾ ਹੈ, ਕਿਸੇ ਪ੍ਰਾਹੁਣੇ ਨੇ ਆਉਣਾ ਹੈ, ਤੇ ਸਾਧ ਸੰਗਤ ਆਪਾਂ ਕਿੰਨੀ ਸਫਾਈ ਕਰਦੇ ਹਾਂ। ਗੰਦੇ ਘਰ ਦੇ ਵਿੱਚ, ਗੰਦੇ ਕਮਰੇ ਦੇ ਵਿੱਚ ਕਿਸੇ ਰਿਸ਼ਤੇਦਾਰ ਨੂੰ ਬਿਠਾਉਣਾ ਵੀ ਚੰਗਾ ਨਹੀਂ ਸਮਝਦੇ। ਸਫਾਈ ਕੀਤੀ ਜਾਂਦੀ ਹੈ ਕਿ ਅੱਜ ਸਾਡੇ ਰਿਸ਼ਤੇਦਾਰਾਂ ਨੇ ਆਉਣਾ, ਪਰ ਸਾਡੀ ਲੋਚਾ ਹੈ, ਸਾਡੀ ਆਸਾ ਹੈ ਐਡੇ ਵੱਡੇ ਸਾਧ ਸੰਗਤ ਖੰਡਾਂ ਬ੍ਰਹਮੰਡਾਂ ਦੇ ਮਾਲਕ ਨੂੰ ਪਾਉਣ ਦੀ। ਪਰ ਜੇ ਵਿਚਾਰ ਕਰਕੇ ਵੇਖਿਆ ਜਾਵੇ ਤੇ ਸਾਧ ਸੰਗਤ ਅੰਦਰ ਕਿੰਨੇ ਗੰਦਗੀ ਦੇ ਢੇਰ ਲਾਏ। ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ, ਸਾਧ ਸੰਗਤ ਕਿੰਨਾ ਕੁਝ ਇਕੱਠਾ ਕਰੀ ਬੈਠੇ ਆ। ਕਿਤੇ ਨਿੰਦਿਆ ਪਈ ਹੈ, ਕਿਤੇ ਚੁਗਲੀ ਪਈ ਹੈ, ਕਿਤੇ ਈਰਖਾ ਪਈ ਹੈ, ਕਿਤੇ ਹਉਮੈ ਪਈ ਹੈ, ਕਿਤੇ ਸਾਧ ਸੰਗਤ ਵਿਕਾਰ ਪਏ ਨੇ, ਕਿਤੇ ਸਾਧ ਸੰਗਤ ਨਸ਼ੇ ਪਏ ਹਨ। ਕਿੰਨੀਆਂ ਬੁਰਾਈਆਂ ਅੰਦਰ ਸਾਧ ਸੰਗਤ ਰੱਖੀ ਬੈਠੇ। ਸਤ ਸੰਗਤ ਦੇ ਵਿੱਚ ਆਉਣਾ, ਇਹਨਾਂ ਚੀਜ਼ਾਂ ਨੂੰ ਸਾਧ ਸੰਗਤ ਅੰਦਰੋਂ ਕੱਢਣਾ। ਵਿਚਾਰ ਕਰ ਰਹੇ ਸੀ। ਭਗਤ ਜੀ ਕਹਿੰਦੇ ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਕਹਿੰਦੇ ਆਪਣਾ ਆਪ ਸਵਾਰ। ਸ਼ੀਸ਼ੇ ਦੇ ਉੱਤੇ ਰੇਤਾ ਜੰਮਿਆ, ਘੱਟਾ ਜੰਮਿਆ, ਆਪਣਾ ਚਿਹਰਾ ਨਜ਼ਰ ਨਹੀਂ ਆਊਗਾ। ਕਿੰਨੇ ਵੀ ਸੋਹਣੇ ਬਣ ਕੇ ਖਲੋ ਜਾਈਏ, ਕਿੰਨੇ ਸੋਹਣੇ ਵਸਤਰ ਪਾ ਕੇ ਖਲੋ ਜਾਈਏ, ਜਿੰਨਾ ਚਿਰ ਸਾਧ ਸੰਗਤ ਸ਼ੀਸ਼ਾ ਸਾਫ਼ ਨਹੀਂ, ਉਹਨਾਂ ਚਿਰ ਆਪਣੇ ਆਪ ਦਾ ਸਾਧ ਸੰਗਤ ਜਿਹੜਾ ਦਰਸ਼ਨ ਹੈ ਉਹ ਨਹੀਂ ਹੋ ਸਕਦਾ। ਆਪਣਾ ਰੂਪ ਨਹੀਂ ਵੇਖਿਆ ਜਾ ਸਕਦਾ। ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਆਪਣੇ ਆਪ ਨੂੰ ਘੜਨਾ ਪਵੇਗਾ, ਸਵਾਰਨਾ ਪਵੇਗਾ। ਜਿਸ ਦਿਨ ਸਾਧ ਸੰਗਤ ਆਪਣੇ ਆਪ ਨੂੰ ਸਵਾਰ ਲਿਆ, ਰੱਬ ਨੂੰ ਲੱਭਣ ਜਾਣ ਦੀ ਲੋੜ ਨਹੀਂ। ਨਾ ਉਹ ਕਿਤੇ ਜੰਗਲ ਵਿੱਚ ਰਹਿੰਦਾ ਹੈ, ਨਾ ਪਹਾੜ ਤੇ ਰਹਿੰਦਾ ਹੈ, ਨਾ ਸਤਵੇਂ ਅਸਮਾਨ ਤੇ ਰਹਿੰਦਾ ਹੈ। ਇਹ ਜਗ ਸੱਚੇ ਕੀ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਬਾਣੀ ਕਹਿੰਦੀ ਹੈ ਰੱਬ ਤਾਂ ਇੱਥੇ ਰਹਿੰਦਾ, ਪਰਮਾਤਮਾ ਤਾਂ ਤੇਰੇ ਕੋਲ ਹੈ। ਸਾਧ ਸੰਗਤ ਜਿਸ ਦਿਨ ਉਹਨੂੰ ਮਿਲਣ ਜੋਗੇ ਹੋ ਗਏ ਨਾ, ਜਿਸ ਦਿਨ ਉਹਨੂੰ ਪਾਉਣ ਜੋਗੇ ਹੋ ਗਏ, ਉਸ ਦਿਨ ਸਾਧ ਸੰਗਤ ਉਹਨੇ ਆਪ ਆ ਕੇ ਮਿਲ ਪੈਣਾ। ਭਗਤ ਫਰੀਦ ਜੀ ਸਾਡਾ ਮਾਰਗਦਰਸ਼ਨ ਕਰ ਰਹੇ, ਸਾਨੂੰ ਰਾਹ ਦੱਸ ਰਹੇ। ਜਿਹੜੇ ਉੱਥੇ ਪਹੁੰਚੇ ਨੇ ਤੇ ਸਾਧ ਸੰਗਤ ਉਸ ਮੰਜ਼ਿਲੇ ਮਕਸੂਦ ਤੱਕ ਅਪੜੇ, ਉਹੀ ਸਾਨੂੰ ਰਸਤਾ ਦੱਸਣਗੇ। ਤੇ ਜਿਹੜੇ ਸਾਧ ਸੰਗਤ ਅਜੇ ਆਪ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੇ, ਤੇ ਉਹ ਸਾਨੂੰ ਸਾਧ ਸੰਗਤ ਰਾਹ ਕੀ ਦੱਸ ਸਕਦੇ। ਭਗਤ ਫਰੀਦ ਜੀ ਕਿੱਡਾ ਉੱਚਾ ਸੁੱਚਾ ਜੀਵਨ, ਬੰਦਗੀ ਵਾਲਾ ਜੀਵਨ।
ਅਭੇਦ ਸਨ ਸਾਧ ਸੰਗਤ ਪ੍ਰਮਾਤਮਾ ਦੇ ਵਿੱਚ। ਆਪਣੇ ਅਨੁਭਵੀ ਵਚਨ ਦੱਸ ਰਹੇ, ਆਪ ਸਵਾਰੇ ਮੈਂ ਮਿਲਾਂ। ਕਹਿੰਦੇ ਆਪਣੇ ਆਪ ਨੂੰ ਸਵਾਰ। ਜਿਸ ਦਿਨ ਆਪਣਾ ਆਪਾ ਸਵਾਰ ਲਿਆ ਨਾ, ਮੈਂ ਮਿਲਾਂ, ਮੈਂ ਤੋਂ ਭਾਵ ਇੱਥੇ ਸਾਧ ਸੰਗਤ ਪਰਮਾਤਮਾ, ਇੱਥੇ ਮੈਂ ਤੋਂ ਭਾਵ ਹੈ ਰੱਬ, ਅਕਾਲ ਪੁਰਖ। ਜੋ ਵੀ ਸਾਧ ਸੰਗਤ ਆਪਾਂ ਉਹਨੂੰ ਨਾਵਾਂ ਦੇ ਨਾਲ ਯਾਦ ਕਰਦੇ। ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਉਹ ਮਿਲ ਗਿਆ ਤੇ ਸਾਧ ਸੰਗਤ ਦੁੱਖ ਰਹਿਣਾ ਹੀ ਕੋਈ ਨਹੀਂ। ਦੁੱਖ ਲੱਗੇਗਾ ਹੀ ਨਹੀਂ। ਦੁੱਖ ਹੋਣਗੇ, ਪਰ ਜਿਨ੍ਹਾਂ ਨੂੰ ਸਾਧ ਸੰਗਤ ਰੱਬ ਮਿਲਿਆ, ਜਿਨ੍ਹਾਂ ਨੂੰ ਗੁਰੂ ਮਿਲਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਤਤੀਆਂ ਤਵੀਆਂ ਤੇ ਸਮਾਧੀਆਂ ਲਾਈ ਬੈਠੇ। ਤੇ ਸਾਧ ਸੰਗਤ ਕਿਤੇ ਆਖਿਆ ਵੀ ਚੰਦੂ ਤੂੰ ਬੜਾ ਮਾੜਾ ਕੀਤਾ, ਕਿਤੇ ਉਲਾਂਭਾ ਦਿੱਤਾ ਕਿ ਜਹਾਂਗੀਰ ਤੂੰ ਚੰਗਾ ਨਹੀਂ ਕੀਤਾ ਇਹ ਹੁਕਮ ਸੁਣਾ ਕੇ। ਮੈਂ ਮਿਲਿਆ ਸੁਖ ਹੋਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਧ ਸੰਗਤ ਮਾਛੀਵਾੜੇ ਦੇ ਜੰਗਲ ਵਿੱਚ ਕੰਡਿਆਂ ਦੇ ਉੱਤੇ ਨੰਗੇ ਪੈਰੀ ਤੁਰੇ ਜਾ ਰਹੇ ਨੇ। ਸੁੰਨੀ ਧਰਤੀ ਦੇ ਉੱਤੇ ਟਿੰਡ ਦਾ ਸਰਾਣਾ ਲਾ ਕੇ ਪਾਤਸ਼ਾਹ ਵਿਰਾਜੇ ਤੇ ਸਾਧ ਸੰਗਤ ਇੱਕ ਵੀ ਉਲਾਂਭਾ ਦਿੱਤਾ। ਕਿਤੇ ਆਖਿਆ ਕਿ ਔਰੰਗਜ਼ੇਬ ਤੂੰ ਚੰਗਾ ਨਹੀਂ ਕੀਤਾ, ਸਰਹੰਦ ਵਾਲੇ ਸੂਬੇ ਵਜ਼ੀਰ ਖਾਨ ਦਾ ਕਿਤੇ ਨਾਂ ਲਿਆ, ਕਿਤੇ ਪਰਿਵਾਰ ਦੇ ਵਿਛੜਨ ਦੀ ਗੱਲ ਆਖੀ, ਕਿਤੇ ਸਾਧ ਸੰਗਤ ਚਮਕੌਰ ਦੇ ਜੰਗ ਦਾ ਹਾਲ ਕਿ ਪੁੱਤਰਾਂ ਨੂੰ ਹੱਥੀਂ ਤੋੜਨਾ ਪਿਆ। ਨਹੀਂ, ਖਿਆਲ ਪਾਤਸ਼ਾਹੀ ਦਸਵੀਂ ਮਹਾਰਾਜ ਕੀ ਖਿਆਲ ਪੈਦਾ ਕਰ ਰਹੇ ਨੇ। ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਸਾਡਾ ਹਾਲ ਦੱਸ ਦੇਈ। ਸਾਧ ਸੰਗਤ ਉਦੋਂ 2 ਦਿਨ ਪਹਿਲਾਂ ਦੀਆਂ ਘਟਨਾਵਾਂ ਵੱਲ ਨਜ਼ਰ ਮਾਰੀ ਜਾਵੇ ਤੇ ਕੀ ਬੀਤਿਆ। ਅਨੰਦਪੁਰ ਸਾਹਿਬ ਛੱਡਣਾ ਪਿਆ। ਸਰਸਾ ਦੇ ਉੱਤੇ ਪਰਿਵਾਰ ਦੇ ਸਾਧ ਸੰਗਤ ਵਿਛੋੜੇ ਪਏ। ਚਮਕੌਰ ਦੀ ਗੜੀ ਦੇ ਵਿੱਚ ਆਪਣੇ ਹੱਥੀਂ ਪੁੱਤਰਾਂ ਦੇ ਜੋੜਿਆਂ ਨੂੰ ਸਾਧ ਸੰਗਤ ਤੋੜਨਾ ਪਿਆ। ਪ੍ਰਾਨਾਂ ਤੋਂ ਪਿਆਰੇ ਸਿੰਘਾਂ ਨੂੰ ਅੱਖਾਂ ਦੇ ਸਾਹਮਣੇ ਸ਼ਹੀਦੀਆਂ ਪਾਉਂਦਿਆਂ ਵੇਖਿਆ। ਪਰ ਸਾਧ ਸੰਗਤ ਇਹਦਾ ਤੇ ਜ਼ਿਕਰ ਹੀ ਕਿਤੇ ਨਹੀਂ ਕੀਤਾ। ਨਾ ਅਨੰਦਪੁਰ ਸਾਹਿਬ ਛੱਡਣ ਦੀ ਗੱਲ ਕੀਤੀ, ਨਾ ਪਰਿਵਾਰ ਦੇ ਵਿਛੜਨ ਦੀ ਗੱਲ ਕੀਤੀ, ਨਾ ਚਮਕੌਰ ਦੇ ਜੰਗ ਦੀ ਗੱਲ ਕੀਤੀ। ਗੱਲ ਕੀ ਕੀਤੀ? ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦੇ ਓਢਣਾ, ਨਾਗ ਨਿਵਾਸਾਂ ਦੇ ਰਹਿਣਾ। ਬਚਨਾ ਕੀਤੇ ਸੂਲ ਸਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਵਚਨ ਕੀਤੇ ਸਾਧ ਸੰਗਤ ਕਿ ਹੇ ਵਾਹਿਗੁਰੂ, ਹੇ ਅਕਾਲ ਪੁਰਖ, ਦੁੱਖ ਇਸ ਗੱਲ ਦਾ ਕਿ ਮੈਂ ਤੇਰੇ ਤੋਂ ਦੂਰ ਹਾਂ। ਤੁਧ ਬਿਨ, ਤੇਰੇ ਤੋਂ ਬਿਨਾ ਆ ਰਜਾਈਆਂ ਦਾ ਓਢਣ, ਸੁੰਦਰ ਬਿਸਤਰੇ, ਸੁੰਦਰ ਸੇਜਾ, ਤੁਧ ਬਿਨ ਰੋਗ, ਇਹ ਰੋਗ ਲੱਗਦੇ, ਰੋਗ, ਰੋਗਾਂ ਦੀ ਨਿਆਈ। ਤੁਧ ਬਿਨ ਰੋਗ ਰਜਾਈਆਂ ਦੇ ਓਢਣ। ਸਿਆਲਾਂ ਦੇ ਦਿਨ ਸਨ ਨਾ, ਪੋਹ ਦਾ ਮਹੀਨਾ, ਤੇ ਸਾਧ ਸੰਗਤ ਨਿੱਘੇ ਬਿਸਤਰੇ ਚੰਗੇ ਲੱਗਦੇ। ਪਰ ਪਾਤਸ਼ਾਹ ਕਹਿੰਦੇ
ਤੇਰੇ ਤੋਂ ਬਿਨਾ ਰਜਾਈਆਂ ਦੇ ਓਢਣ ਰੋਗ ਦੀ ਨਿਆਈ ਲੱਗ ਰਹੇ। ਤੁਧ ਬਿਨ ਰੋਗ ਰਜਾਈਆਂ ਦੇ ਓਢਣ। ਇਸ ਤਰ੍ਹਾਂ ਲੱਗਦਾ ਵੀ ਨਾਸ ਨਿਵਾਸਾ ਰਹਿਣਾ। ਕਿਸ ਤਰ੍ਹਾਂ ਲੱਗਦਾ? ਜਿਸ ਤਰ੍ਹਾਂ ਸੈਂਕੜੇ ਸੱਪਾਂ ਦੇ ਨਾਲ ਰਹਿਣਾ ਪਵੇ, ਸੈਂਕੜੇ ਸੱਪਾਂ ਦੇ ਨਾਲ ਸਾਧ ਸੰਗਤ ਸਮਾਂ ਗੁਜ਼ਾਰਨਾ ਪਵੇ। ਤੁਧ ਬਿਨ ਰੋਗ ਰਜਾਈਆਂ ਦੇ ਓਢਣ। ਨਾਗ ਨਿਵਾਸਾਂ ਦੇ ਰਹਿਣਾ। ਸੂਲ ਸਰਾਹੀ, ਅੱਜ ਜਿਵੇਂ ਜੱਗ ਹੁੰਦੇ ਉਹਨਾਂ ਸਮਿਆਂ ਦੇ ਵਿੱਚ ਸਰਾਹੀਆਂ ਹੁੰਦੀਆਂ, ਸਾਧ ਸੰਗਤ ਪਿਆਲੇ ਹੁੰਦੇ। ਪਾਤਸ਼ਾਹ ਕਹਿ ਰਹੇ ਸੂਲ, ਸੂਲਾਂ ਵਾਂਗੂ ਲੱਗਦੀਆਂ ਨੇ ਸਰਾਹੀਆਂ। ਖਾਣ ਪੀਣ ਦੇ ਜਿਹੜੇ ਪਦਾਰਥ ਹਨ, ਸੂਲ ਸਰਾਹੀਆਂ ਤੇ ਪਿਆਲਿਆਂ ਤੋਂ ਸਾਧ ਸੰਗਤ ਭਾਵ ਜਿਹੜੇ ਖਾਣ ਪੀਣ ਵਾਲੇ ਪਦਾਰਥ ਨੇ, ਪਾਤਸ਼ਾਹ ਕਹਿ ਰਹੇ ਨੇ ਸੂਲ ਸਰਾਹੀ ਖੰਜਰ ਪਿਆਲਾ ਸੂਲਾਂ ਤੇ ਖੰਜਰਾਂ ਦੇ ਵਾਂਗੂ ਲੱਗ ਰਹੇ ਨੇ। ਇਹ ਖਾਣ ਪੀਣ ਦੇ ਪਦਾਰਥ ਨੇ ਜਿਹੜੇ। ਬਿੰਗ ਕਸਾਈਆਂ ਦਾ ਸਹਿਣਾ। ਕਿਸੇ ਜਾਨਵਰ ਨੂੰ ਮਾਰਦੇ ਕਸਾਈ ਜਦੋਂ ਉਹਦੀਆਂ ਆਂਦਰਾਂ ਕੱਢਦੇ ਆ ਨਾ, ਜਿਸ ਸਾਧ ਸੰਗਤ ਹਥਿਆਰ ਨਾਲ ਆਂਦਰਾਂ ਕੱਢਦੇ ਉਹਨੂੰ ਬਿੰਗ ਆਖਦੇ ਆ। ਕਹਿੰਦੇ ਬਿੰਗ ਕਸਾਈਆਂ ਦਾ ਸਹਿਣਾ। ਕਸਾਈਆਂ ਦੇ ਬਿੰਗ ਸਹਿਣ ਦੇ ਬਰਾਬਰ ਹੋ ਰਿਹਾ। ਪਾਤਸ਼ਾਹ ਕਹਿ ਰਹੇ ਤੇਰਾ ਵਿਛੋੜਾ। ਯਾਰੜੇ ਦਾ ਸਾਨੂੰ ਸੱਥਰ ਚੰਗਾ। ਆਪਣੇ ਪਿਆਰੇ ਦਾ, ਆਪਣੇ ਪ੍ਰੀਤਮ ਦਾ ਧਰਤੀ ਤੇ ਰੂਖੋ ਭੋਜਨ ਭੂਮ ਸੈਨ ਪ੍ਰਿਆ ਸਖੀ ਸੰਗ ਸੂਖ ਵਿਹਾਤ। ਸੱਥਰ ਧਰਤੀ ਤੇ ਬਹਿਣਾ ਪੈਣਾ, ਨਹੀਂ ਲੋੜ ਪਦਾਰਥਾਂ ਦੀ, ਨਹੀਂ ਲੋੜ ਮਹਿਲ ਮਾੜੀਆਂ ਦੀ। ਆਪਣੇ ਪਿਆਰੇ ਦਾ ਤੇ ਸੱਥਰ ਵੀ ਚੰਗਾ ਵੀ। ਭੱਠ ਹੇੜਿਆਂ ਦਾ ਰਹਿਣਾ। ਭੱਠ ਪੈਣ ਸੁਖ, ਭੱਠ ਪੈਣ ਪਦਾਰਥ, ਭੱਠ ਪੈਣ ਮਹਿਲ ਮਾੜੀਆਂ। ਉਹ ਸਾਨੂੰ ਸੱਥਰ ਚੰਗਾ ਯਾਰ ਆਪਣੇ ਦਾ। ਸੱਥਰ ਚੰਗਾ
ਇਸ ਗੱਲ ਦਾ ਜ਼ਿਕਰ ਕੀਤਾ ਪਾਤਸ਼ਾਹ ਨੇ। ਵਿਛੋੜੇ ਦਾ ਸਾਧ ਸੰਗਤ ਜ਼ਿਕਰ ਕੀਤਾ ਮਹਾਰਾਜ ਨੇ। ਭਾਵੇਂ ਅਕਾਲ ਪੁਰਖ ਤੇ ਸਤਿਗੁਰੂ ਦੇ ਵਿੱਚ ਸਾਧ ਸੰਗਤ ਭੇਦ ਕੋਈ ਨਹੀਂ ਸੀ। ਅਕਾਲ ਮੂਰਤ ਹੈ ਸਾਧ ਸੰਤਨ ਕੀ, ਠੌਰ ਨੇਕੀ ਧਿਆਨ ਕੋ। ਅੰਤਰ ਸਾਧ ਸੰਗਤ ਨਹੀਂ ਸੀ। ਆਓ ਪਰ ਫਿਰ ਵੀ ਸਤਿਗੁਰੂ ਆਪਣੇ ਬਚਨਾਂ ਨਾਲ ਸਾਧ ਸੰਗਤ ਸਾਨੂੰ ਸਮਝਾ ਰਹੇ ਨੇ। ਇੱਥੋਂ ਸਾਖੀ ਨੂੰ ਥੋੜਾ ਜਿਹਾ ਅੱਗੇ ਤੋਰਾਂਗੇ। ਭਗਤ ਫਰੀਦ ਜੀਆਂ ਦੇ ਬਚਨਾਂ ਤੇ ਵਿਚਾਰ ਕਰ ਲਈਏ। ਆਪ ਸਵਾਰੇ, ਆਪਣੇ ਆਪ ਨੂੰ ਸਾਧ ਸੰਗਤ ਸਵਾਰੀਏ ਤੇ ਉਹ ਦਾਤਾ ਕਹਿੰਦਾ, ਪ੍ਰਮਾਤਮਾ ਕਹਿੰਦਾ ਮੇਰੀ ਪ੍ਰਾਪਤੀ ਹੋ ਜਾਵੇ। ਆਪਾਂ ਲੱਭਣ ਜਾਂਦੇ ਆ, ਆਪਾਂ ਭਾਲਣ ਜਾਂਦੇ ਆ, ਆਪਾਂ ਢੂੰਡਦੇ ਆ। ਬਣ ਬਣ ਫਿਰਤੀ ਖੋਜਤੀ ਹਾਰੀ ਬਹੁ ਵਗਾਹੇ। ਆਪਣੇ ਆਪ ਨੂੰ ਪਛਾਣ, ਆਪਣੇ ਆਪ ਨੂੰ ਸਵਾਰ ਤੇ ਕਹਿੰਦੇ ਘਰ ਬੈਠੇ ਹੀ ਮਿਲ ਜਾਵਾਂਗੇ। ਸਾਧ ਸੰਗਤ ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਜਿਨ੍ਹਾਂ ਨੂੰ ਉਹ ਵਾਹਿਗੁਰੂ ਮਿਲ ਗਿਆ ਨਾ, ਉਹਨਾਂ ਦੇ ਜੀਵਨ 'ਚ ਦੁੱਖ ਨਹੀਂ ਰਹੇ। ਜੇ ਦੁੱਖ ਆਏ ਵੀ ਤੇ ਦੁੱਖ ਨਹੀਂ ਜਾਪੇ। ਗੁਰੂ ਅਰਜਨ ਦੇਵ ਮਹਾਰਾਜ ਦੀ ਉਦਾਹਰਨ ਸੁਣੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜ਼ਿਕਰ ਕਰ ਰਹੇ ਸੀ। ਕਿੰਨੇ ਸੂਰਮਿਆਂ ਦੀਆਂ ਗਥਾਵਾਂ ਜਿਨ੍ਹਾਂ ਦੇ ਸੀਸ ਤੇ ਆ ਰਹਾ ਹੈ ਤੇ ਮੁਖੋਂ ਬਾਣੀ ਦੀ ਆਵਾਜ਼। ਨਾ ਹਾਏ ਨਾ ਸੀ, ਨਾ ਹਾਏ ਕੀਤੀ ਨਾ ਸੀ ਕੀਤੀ। ਸਾਧ ਸੰਗਤ ਬਾਣੀ ਪੜ੍ਹਨੀ ਆਰੰਭ ਕਰ ਦਿੱਤੀ। ਉਬਲ ਰਹੇ ਨੇ ਦੇਗਾਂ ਦੇ ਵਿੱਚ, ਉਬਾਲੇ ਖਾ ਰਹੇ ਨੇ ਗਰਮ ਪਾਣੀ ਦੇ ਵਿੱਚ, ਤੇ ਸਾਧ ਸੰਗਤ ਆਵਾਜ਼ ਆ ਰਹੀ ਹੈ ਸਤਨਾਮ ਵਾਹਿਗੁਰੂ ਦੀ। ਕਿਸੇ ਦਾ ਬੰਦ ਕੱਟਿਆ ਜਾ ਰਿਹਾ ਵੀ, ਕਿਸੇ ਦਾ ਖੋਪੜ ਲਾਇਆ ਜਾ ਰਿਹਾ ਹੈ, ਕੋਈ ਕੰਧਾਂ ਦੇ ਵਿੱਚ ਚਿਣਿਆ ਜਾ ਰਹੀ ਹੈ। ਸਵਾ ਮਣ ਦਾ ਗਿੱਲਾ ਪੀਣਾ
ਸਾਧ ਸੰਗਤ ਮੀਰ ਮੰਨੂ ਦੀ ਜੇਲ੍ਹ ਵਿੱਚ ਸਿਦਕੀ ਬੀਬੀਆਂ ਨੂੰ ਪੀਣਾ ਪੈ ਰਿਹਾ ਹੈ। ਇੱਥੋਂ ਤੱਕ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਦੇ ਵਿੱਚ ਹਾਰ ਪਵਾਉਣੇ ਪੈ ਗਏ। ਤੇ ਸਾਧ ਸੰਗਤ ਆਵਾਜ਼ ਕੀ ਆ ਰਹੀ ਹੈ? ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ, ਅਰਦਾਸ ਕੀਤੀ, ਮਹਾਰਾਜ 4 ਪਹਿਰ ਦਿਨ ਤੇਰੇ ਭਾਣੇ ਦੇ ਅੰਦਰ ਬਤੀਤ ਹੋ ਗਿਆ। ਸਭ ਤੋਂ ਔਖਾ ਸਮਾਂ। ਕਿੰਨਾ ਪਿਆਰ ਹੈ ਸਾਧ ਸੰਗਤ ਮਾਵਾਂ ਦਾ ਆਪਣੇ ਬੱਚਿਆਂ ਦੇ ਨਾਲ। ਆਪਾਂ ਸਾਰੇ ਪਰਿਵਾਰਾਂ ਵਾਲੇ ਆ ਬਈ, ਆਪਾਂ ਨੂੰ ਪਤਾ ਸਾਰਿਆਂ ਨੂੰ। ਅੱਖਾਂ ਦੇ ਸਾਹਮਣੇ ਟੋਟੇ ਕਰਕੇ ਬੱਚਿਆਂ ਦੇ ਗਲਾਂ ਵਿੱਚ ਹਾਰ ਪਾ ਦਿੱਤੇ ਗਏ। ਤੇ ਧੰਨ ਸਿਦਕੀ ਬੀਬੀਆਂ ਆਖ ਰਹੀਆਂ ਨੇ ਕਿ ਵਾਹਿਗੁਰੂ 4 ਪਹਿਰ ਦਿਨ ਤੇਰੇ ਭਾਣੇ ਦੇ ਅੰਦਰ ਬਤੀਤ ਹੋ ਗਏ। ਰਹਿਣ ਆਈ ਹੈ, ਰਹਿਣ ਭਾਣੇ ਅੰਦਰ ਬਤੀਤ ਕਰਵਾ ਲਈ। ਅੱਜ ਸਾਧ ਸੰਗਤ ਵਿਰਲੇ ਘਰ ਰਹਿ ਗਏ। ਅੱਜ ਵਿਰਲੇ ਰਹਿ ਗਏ ਹੋਣੇ ਜਿਹੜੇ ਸਾਧ ਸੰਗਤ ਉੱਠ ਕੇ ਸਵੇਰੇ ਉੱਠ ਕੇ ਅਰਦਾਸ ਕਰਦੇ ਹੋਣੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ, ਵਾਹਿਗੁਰੂ ਦੇ ਸਾਧ ਸੰਗਤ ਚਰਨਾਂ 'ਚ ਅਰਦਾਸ ਕਰਦੇ ਹੋਣੇ। ਵਿਰਲੇ ਘਰ ਰਹਿ ਗਏ ਹੋਣੇ। ਸੌਣ ਲੱਗਿਆ ਸਾਧ ਸੰਗਤ ਅਰਦਾਸ, ਰਹਿਣ ਆਈ ਹੈ ਤੇਰੇ ਭਾਣੇ ਦੇ ਅੰਦਰ ਬਤੀਤ ਹੋ ਜਾਵੇ। ਤੇ ਸਾਧ ਸੰਗਤ ਅੱਜ ਦਾ ਸਮਾਂ ਇੰਨਾ ਸਵਾਰਥੀ ਹੈ। 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ। ਏਕ ਭੀ ਨਾ ਦੇ 10 ਪੇਹਰ ਲੈ, ਤੋ ਮੂੜਾ ਕਹੋ ਕਹਾ ਕਰੇ। ਕਿੰਨਾ ਕੁਝ ਵਾਹਿਗੁਰੂ ਨੇ ਦਿੱਤਾ ਉਹ ਭੁੱਲ ਗਏ। ਇੱਕ ਚੀਜ਼ ਜਿਹੜੀ ਨਹੀਂ ਮਿਲੀ, ਬਸ ਟਾਰਗੇਟ ਉਹ ਹੈ ਰੋਣਾ ਸਾਧ ਸੰਗਤ ਉਹਦਾ ਵੀ ਆ ਸਾਨੂੰ ਕਿਉਂ ਨਹੀਂ ਮਿਲਿਆ। ਜਿਹੜਾ ਮਿਲਿਆ ਉਹ ਚੇਤੇ ਨਹੀਂ, ਤੇ ਜਿਹੜਾ ਸਾਧ ਸੰਗਤ ਨਹੀਂ ਮਿਲਿਆ ਉਹ ਯਾਦ ਹੈ। ਤੇ ਜਿਹੜਾ ਸਾਧ ਸੰਗਤ ਨਹੀਂ ਮਿਲਿਆ ਉਹ ਯਾਦ ਰੱਖ ਲਿਆ, ਮੈਨੂੰ ਆ ਨਹੀਂ ਦਿੱਤਾ, ਮੈਨੂੰ ਆ ਨਹੀਂ ਦਿੱਤਾ, ਮੇਰੀ ਆ ਮੰਗ ਅਧੂਰੀ ਰਹਿ ਗਈ। किसी को यहाँ पूरा जहां नहीं मिलता, किसी को जिमी नहीं मिलती, तो किसी को आसमां नहीं मिलता। साध संगत जो मिले वो विसार दिता, जो नहीं मिले वो चेते रख लिया। चेते वो रखना सी जो वाहिगुरु ने दिता है। जे वो चेते रखांगे तो साध संगत मुखों शुक्र की आवाज निकलेगी, मुखों शुकराना निकलेगा, धन्नवाद निकलेगा। ते जे साध संगत चेते रखांगे वो चीज़ां जिहड़ियां नहीं मिलियां, फिर मुखों निकलणगे उलांभे, मुखों निकलणगियां शिकायतां। आओ आप सवारे मैं मिला मैं मिलिया, सुख होए रिदा जे तू मेरा होए रहे, सब जग तेरा होए। असी जग नूं जितण तुर पए, जग नूं साध संगत अपना बनाउण तुर पए। वो कहंदे तू मैनू अपना बना लै ते सारे ही जग सारा संसार तेरा ही हो जाएगा, तेनू अपना ही लगेगा सारा। भाई कन्हैया जी वेखो ड्यूटी लाई सी, सिखां नूं पानी पियाउणा, खालसे नूं जल छकाउणा ते जंग दे विच साध संगत किसे ने भी मंग लिया पानी, ये नहीं वेखिया कि पहाड़ी फौज दा सिपाही है, ये नहीं वेखिया ये कोई मुगल है। जिन्हें साध संगत आवाज दिती मैनूं पानी चाहिदा, भाई कन्हैया जी दी साध संगत मश्क ओहदे वाली उलट गई है। फुहारे वांगू साध संगत मुख ते पानी पै रहा है। रैड क्रॉस का जिहड़ा साध संगत निर्माण सी, शुरुआत सी भाई कन्हैया जी ने कीती है। सो आओ सत संगत दे विच घाड़त घड़नी है अपनी। जिहड़े औगण ने
ਜਿਹੜੀਆਂ ਸਾਧ ਸੰਗਤ ਬੁਰਾਈਆਂ ਨੇ ਆਪਣਾ ਆਪ ਵੇਖ ਕੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਨਾ ਹੈ। ਤੁਸੀਂ ਜਿੰਨੇ ਵੀ ਸੰਗਤ ਵਿੱਚ ਬੈਠੇ ਸਾਰਿਆਂ ਨੇ ਸਾਧ ਸੰਗਤ ਆਪਣੇ ਅੰਦਰ ਝਾਤੀ ਮਾਰਨੀ ਹੈ, ਕਿਹੜੀ ਕਿਹੜੀ ਮੇਰੇ ਵਿੱਚ ਘਾਟ ਹੈ, ਊਣਤਾਈ ਹੈ, ਕਿਹੜੀ ਕਿਹੜੀ ਕਮੀ ਹੈ, ਉਹਨਾਂ ਨੂੰ ਸਾਧ ਸੰਗਤ ਦੂਰ ਕਰਨ ਦਾ ਯਤਨ ਕਰਨਾ ਹੈ। ਨਸ਼ੇ, ਕੋਈ ਨਸ਼ੇ ਵਰਤਦਾ ਹੈ, ਉਹਨੇ ਸਾਧ ਸੰਗਤ ਮਨ ਬਣਾਉਣਾ ਇਹਨਾਂ ਨੂੰ ਛੱਡਣ ਦਾ। ਕੋਈ ਅਜੇ ਸਹਿਜ ਧਾਰੀ ਅੰਮ੍ਰਿਤ ਨਹੀਂ ਛਕਿਆ, ਹੌਲੀ ਹੌਲੀ ਮਨ ਬਣਾਉਣਾ ਅੰਮ੍ਰਿਤ ਛਕਣ ਦਾ। ਬਾਣੀ ਨਹੀਂ ਪੜ੍ਹਦਾ ਤੇ ਸਾਧ ਸੰਗਤ ਮਨ ਬਣਾਉਣਾ ਬਾਣੀ ਪੜ੍ਹਨ ਦਾ। ਨਾਮ ਨਹੀਂ ਜਪਦਾ, ਸ਼ਬਦ ਦਾ ਅਭਿਆਸ ਨਹੀਂ ਕਰਦਾ ਤੇ ਸਾਧ ਸੰਗਤ ਇਹ ਮਨ ਬਣਾਉਣਾ। ਕੋਈ ਠੱਗੀ ਮਾਰਨ ਵਾਲਾ ਹੈ, ਕੋਈ ਚੋਰੀ ਕਰਨ ਵਾਲਾ ਹੈ, ਉਹਨੇ ਸਾਧ ਸੰਗਤ ਆਪਣੇ ਮਨ ਦੇ ਨਾਲ ਇਹ ਇਕਰਾਰ ਕਰਨਾ ਹੈ ਕਿ ਆਹ ਚੀਜ਼ਾਂ ਮਾੜੀਆਂ ਨੇ, ਗੁਰਮਤਿ ਵਰਜ ਰਹੀ ਹੈ ਤੇ ਮੈਂ ਇਹਨਾਂ ਤੋਂ ਦੂਰ ਰਹਿਣਾ। ਸੋ ਸਾਧ ਸੰਗਤ ਚਾਨਣ ਦੇ ਵਿੱਚ ਸਾਧ ਸੰਗਤ ਅਸੀਂ ਆਪਣੇ ਆਪੇ ਨੂੰ ਵੇਖਣਾ। ਆਪਣਾ ਮੂਲ ਪਛਾਣ ਲੈ ਮਨ ਤੂੰ ਜੋਤ ਸਰੂਪ। ਸਰੂਪ ਦੀ ਸੋਝੀ ਲੈਣੀ। ਆਓ ਗੁਰੂ ਨਾਨਕ ਮਹਾਰਾਜ ਜਗਤ ਜਲੰਦੇ ਦਾ ਉਧਾਰ ਕਰਦੇ ਕਰਦੇ ਜਦੋਂ ਸੱਜਣ ਠੱਗ ਦੀ ਸਰਾਂ ਦੇ ਵਿੱਚ ਗਏ ਨਾ, ਬੜੀ ਵੱਡੀ ਧਰਮਸ਼ਾਲਾ ਬਣਾਈ ਹੈ ਆਉਂਦੇ ਜਾਂਦੇ ਰਾਹਗੀਰਾਂ ਦੇ ਰਹਿਣ ਵਾਸਤੇ। ਸਾਧ ਸੰਗਤ ਲੋਕਾਂ ਦੀ ਨਜ਼ਰ ਦੇ ਵਿੱਚ ਬੜਾ ਭਲਾ ਮਾਨਸ ਹੈ। ਲੋਕ ਸਮਝਦੇ ਹੈ, ਜੱਗ ਸਮਝਦਾ ਹੈ ਕਿ ਇਹੋ ਜਿਹਾ ਨੇਕ ਬੰਦਾ ਨਹੀਂ ਹੋਣਾ ਦੁਨੀਆ ਤੇ ਕੋਈ। ਕਿੰਨਾ ਪੈਸਾ ਲਾ ਕੇ ਕਿੱਡੀ ਵੱਡੀ ਧਰਮਸ਼ਾਲਾ ਬਣਾਈ, ਲੰਗਰ ਚੱਲਦਾ ਹੈ, ਆਏ ਗਏ ਨੂੰ ਹਰ ਪ੍ਰਕਾਰ ਦਾ ਸੁੱਖ ਮਿਲਦਾ ਹੈ। ਕੋਈ ਭੁੱਖਾ ਪ੍ਰਸ਼ਾਦਾ ਮਿਲਦਾ ਹੈ ਉਹਨੂੰ, ਜਿਹਦੇ ਕੋਲ ਕੱਪੜਾ ਨਹੀਂ ਵਸਤਰ ਮਿਲਦੇ ਹੈ, ਕਿਸੇ ਨੇ ਰਾਤ ਠਹਿਰਨਾ ਹੈ, ਮੰਜਾ ਬਿਸਤਰਾ ਇੱਥੋਂ ਪ੍ਰਾਪਤ ਹੁੰਦਾ, ਸਾਰਾ ਕੁਝ ਮਿਲਦਾ। ਕਿੱਡੀ ਨੇਕੀ ਕਰ ਰਿਹਾ ਹੈ।
ਦੁਨੀਆ ਤੇ ਉਹੀ ਸਮਝੇਗੀ ਨਾ ਜੋ ਆਪਾਂ ਪ੍ਰੈਜ਼ੈਂਟ ਕਰਾਂਗੇ, ਜੋ ਸਾਧ ਸੰਗਤ ਆਪਣੇ ਆਪ ਨੂੰ ਪੇਸ਼ ਕਰਾਂਗੇ। ਜਿਸ ਤਰ੍ਹਾਂ ਸੰਸਾਰ ਉਸੇ ਤਰ੍ਹਾਂ ਹੀ ਸਮਝਦਾ ਹੈ। ਚੋਰ ਸਾਧੂ ਦਾ ਰੂਪ ਧਾਰਨ ਕਰਕੇ ਆਏ ਤੇ ਸਾਧ ਸੰਗਤ ਲੋਕ ਸਾਧੂ ਹੀ ਸਮਝ ਰਹੇ, ਕਿਉਂਕਿ ਪੇਸ਼ ਹੀ ਇਸ ਤਰ੍ਹਾਂ ਕੀਤਾ ਆਪਣੇ ਆਪ ਨੂੰ। ਲੋਕ ਬੜਾ ਨੇਕ ਸਮਝਦੇ, ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਗਏ ਮਹਾਰਾਜ, ਸਾਧ ਸੰਗਤ ਸਤਿਗੁਰੂ ਜਾਣਦੇ ਕਿ ਜਿਹੜੀ ਨੇਕੀ ਹੈ ਦੁਨੀਆ ਨੂੰ ਵਿਖਾਉਣ ਵਾਸਤੇ ਹੀ ਹੈ। ਕਰਦਾ ਕੀ ਹੈ, ਜਿਹੜੇ ਰਾਹਗੀਰ ਰਹਿੰਦੇ ਤੇ ਜਦੋਂ ਅੱਧੀ ਰਾਤ ਹੁੰਦੀ ਹੈ, ਵੱਡਾ ਖੂਹ ਬਣਾਇਆ ਘਰ ਵਿੱਚ, ਜੋ ਉਹਨਾਂ ਕੋਲ ਪੈਸਾ ਟਕਾ ਹੁੰਦਾ ਲੁੱਟ ਲੈਂਦਾ ਹੈ, ਜਾਂ ਤੇ ਗਲ ਘੁੱਟ ਕੇ ਮਾਰ ਦਿੰਦਾ ਹੈ, ਜਾਂ ਕਿਸੇ ਖਾਣ ਵਾਲੇ ਪਦਾਰਥ ਵਿੱਚ ਪ੍ਰਸ਼ਾਦੇ ਦੇ ਵਿੱਚ ਸੰਖਿਆ ਜ਼ਹਿਰ ਮਿਲਾ ਕੇ ਖਤਮ ਕਰ ਦਿੰਦਾ ਤੇ ਲਾਸ਼ ਚੁੱਕ ਕੇ ਖੂਹ ਦੇ ਵਿੱਚ ਸੁੱਟ ਦਿੰਦਾ। ਇਹ ਅੰਦਰਲਾ ਰੂਪ ਹੈ। ਲੋਕ ਨਹੀਂ ਜਾਣਦੇ, ਸਤਿਗੁਰੂ ਜਾਣਦੇ। ਸੱਜਣ ਆਪ ਜਾਣਦਾ ਹੈ। ਸਮਝੋ, ਵਿਚਾਰ, ਧਿਆਨ ਦੇਣਾ। ਹੁਣ ਗੁਰੂ ਨਾਨਕ ਸਤਿਗੁਰੂ ਗਏ, ਸਤਿਗੁਰੂ ਸਾਧ ਸੰਗਤ ਚਾਰ ਉਦਾਸੀਆਂ ਇਸੇ ਵਾਸਤੇ ਕਰ ਰਹੇ ਨੇ। ਚੜਿਆ ਸੋਧਣ ਧਰਤ ਲੁਕਾਈ, ਮਾੜਿਆਂ ਨੂੰ ਚੰਗੇ ਬਣਾ ਸਕੀਏ। ਕਹਿੰਦੇ ਦੋ ਦੀ ਟੱਕਰ ਸੀ, ਦੋ ਦੀ, ਕਲਯੁਗ ਦੀ ਤੇ ਸਤਿਗੁਰੂ ਨਾਨਕ ਦੀ। ਲਿਖਿਆ ਕਹਿੰਦਾ ਕੱਲ ਚਾਹੇ ਦੁਨੀਆ ਡੁੱਬ ਜਾਏ, ਬਾਬਾ ਚਾਹੇ ਉਹਨ ਪਾਰ ਲੰਘਾਏ। ਕਲਯੁਗ ਕਹਿੰਦਾ ਦੁਨੀਆ ਡੁੱਬ ਜਾਵੇ ਪਾਪਾਂ ਦੇ ਵਿੱਚ, ਬੁਰਾਈਆਂ ਦੇ ਵਿੱਚ। ਸਤਿਗੁਰੂ ਚਾਹੁੰਦੇ ਸੰਸਾਰ ਦਾ ਭਲਾ ਹੋ ਜਾਵੇ, ਭਵ ਜਲ ਤੋਂ ਪਾਰ ਹੋ ਜਾਣ। ਬਾਬਾ ਚਾਹੇ ਉਹਨ ਪਾਰ ਲੰਘਾਏ। ਸਤਿਗੁਰ ਬਾਬੇ ਆਪਣੀ ਛੱਡੀ ਨਾ ਬਾਣ, ਤਾਰਿਆ ਚਾਹੋ ਸਗਲ ਜਹਾਨ। ਸਤਿਗੁਰਾਂ ਨੇ ਆਪਣੀ ਬਾਣ ਨਾਮ ਆਦਤ ਦਾ, ਸਤਿਗੁਰਾਂ ਨੇ ਸਾਧ ਸੰਗਤ ਆਪਣੀ ਜਿਹੜੀ ਰੁਚੀ ਸੀ ਜਗ ਨੂੰ, ਸੰਸਾਰ ਨੂੰ ਤਾਰਨ ਦੀ, ਉਹ ਛੱਡੀ ਨਹੀਂ। ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਸਾਧ ਸੰਗਤ ਸਤਿਗੁਰੂ ਗਏ। ਆਓ ਅੱਜ ਸੱਜਣ ਦੀ ਸਰਾਂ ਦੇ ਵਿੱਚ ਗਏ, ਜਿਹੜੇ ਉਹਦੇ ਨੌਕਰ ਰੱਖੇ ਉਹ ਪਹਿਲਾਂ ਹੀ ਪਛਾਣ ਲੈਂਦੇ ਆ ਵੀ ਜਿਹੜਾ ਆਇਆ ਹੈ ਇਹ ਗਰੀਬ ਹੈ, ਅਮੀਰ ਹੈ, ਅਮੀਰ ਹੈ ਤੇ ਕਿੰਨਾ ਕੁ ਅਮੀਰ ਹੈ। ਤੇ ਸਾਧ ਸੰਗਤ ਜਦੋਂ ਉਹਨਾਂ ਨੇ ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਕੀਤੇ, ਚਿਹਰੇ ਤੇ ਵੱਖਰਾ ਹੀ ਨੂਰ ਹੈ, ਨੇਤਰਾਂ ਦੇ ਵਿੱਚ ਵੱਖਰੀ ਹੋਈ ਚਮਕ ਹੈ। ਉਹ ਸੋਚਣ ਲੱਗੇ, ਕਹਿੰਦੇ ਲੁੱਟਿਆ ਬੜਿਆਂ ਨੂੰ, ਮਾਰਿਆ ਬੜਿਆਂ ਨੂੰ, ਬੜਿਆਂ ਕੋਲੋਂ ਧਨ ਖੋਇਆ, ਬੜੇ ਅਮੀਰ ਵੇਖੇ, ਪਰ ਇਹੋ ਜਿਹਾ ਅਮੀਰ ਨਹੀਂ ਵੇਖਿਆ। ਵੱਖਰੇ ਤਰ੍ਹਾਂ ਦੇ ਅਮੀਰ ਨੇ। ਲੱਗਦਾ ਇਹਨਾਂ ਕੋਲ ਸੋਨੇ ਦੀਆਂ ਮੋਹਰਾਂ ਨਹੀਂ, ਇਹਨਾਂ ਦੇ ਕੋਲ ਤਾਂ ਹੀਰੇ ਮੋਤੀ ਹੋਣਗੇ। ਇਹਨਾਂ ਦੇ ਚਿਹਰੇ ਦੀ ਚਮਕ ਦੱਸਦੀ ਹੈ, ਇਹਨਾਂ ਦੇ ਨੇਤਰਾਂ ਦਾ ਨੂਰ ਦੱਸ ਰਿਹਾ ਹੈ, ਇਹਨਾਂ ਦੇ ਨੇਤਰਾਂ ਦੀ ਚਮਕ ਦੱਸ ਰਹੀ ਹੈ। ਬਾਣਾ ਫਕੀਰਾਂ ਵਾਲਾ ਜਾਣ ਕੇ, ਕਿਸੇ ਨੂੰ ਪਤਾ ਨਾ ਲੱਗ ਜਾਵੇ, ਇਸ ਕਰਕੇ ਬਾਣਾ ਇਹਨਾਂ ਨੇ ਆ ਫਕੀਰਾਂ ਵਾਲਾ ਪਾਇਆ। ਹਨ ਨੇ ਅਮੀਰ,
ਬਾਣਾ ਫਕੀਰਾਂ ਵਾਲਾ ਧਾਰਨ ਕੀਤਾ। ਇਹਨਾਂ ਦਾ ਚਿਹਰਾ ਦੱਸਦਾ ਹੈ, ਇਹਨਾਂ ਦੇ ਨੇਤਰ ਦੱਸਦੇ। ਸਾਧ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਤਾਂ ਆਖਦੇ ਐ, ਕਹਿੰਦੇ ਪਿਆਰਿਓ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਵੀ ਬਹੁਤ ਵੱਡੇ ਸ਼ਾਹੂਕਾਰ ਨੇ, ਵੱਡੇ ਸੇਠ ਨੇ। ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ 'ਚ ਗੱਲ ਚੱਲਦੀ ਹੈ, ਸੰਗਤ ਬੈਠੀ ਗੱਲਾਂ ਕਰਦੀ, ਕਹਿੰਦੇ ਫਲਾਣੇ ਦੇ ਮਹਿਲ ਤੇ ਇੱਕ ਝੰਡੀ ਲੱਗੀ ਹੈ, 1 ਕਰੋੜਪਤੀ ਹੈ। ਉਹਦੇ 2 ਝੰਡੀਆਂ ਲੱਗੀਆਂ, 2 ਕਰੋੜਪਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੁਸੀਂ ਕਿਹੜੇ ਕਰੋੜਪਤੀਆਂ ਦੀ ਗੱਲ ਕਰਦੇ ਹੋ? ਅਸਲ ਕਰੋੜਪਤੀ ਤਾਂ ਗੁਰੂ ਨਾਨਕ ਦੇ ਘਰ ਵਿੱਚ ਨੇ। ਕੌਣ? ਸ਼ਬਦ ਉਚਾਰਿਆ ਹੈ, ਪਿਆਰੇ ਜੀ ਭਾਗ ਠੜੇ ਹਰ ਸੰਤ ਤੁਮਾਰੇ। ਪਿਆਰੇ ਜੀ ਭਾਗ ਠੜੇ ਹਰ ਸੰਤ ਤੁਮਾਰੇ। ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ। ਕਿਹੜਾ ਧਨ ਹੈ ਉਹਨਾਂ ਕੋਲ, ਕਿਹੜੀ ਦੌਲਤ ਹੈ, ਕਿਹੜਾ ਖਜ਼ਾਨਾ? ਹਰੀ ਦੇ ਨਾਮ ਦਾ। ਇਹ ਸੱਚਾ ਧਨ ਹੈ। ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾ ਕੇ ਕੰਮ। ਸਾਧ ਸੰਗਤ ਉਹ ਨੌਕਰ ਆਪਸ ਵਿੱਚ ਸਲਾਹਾਂ ਕਰਦੇ, ਕਹਿੰਦੇ ਬਾਣਾ ਫਕੀਰਾਂ ਦਾ ਹੈ ਅਮੀਰ। ਪੁੱਛਿਆ ਛਕਣ ਵਾਸਤੇ ਕੀ ਲੈ ਕੇ ਆਈਏ? ਮਹਾਰਾਜ ਜਲ ਲਿਆਈਏ, ਦੁੱਧ ਲਿਆਈਏ। ਸਤਿਗੁਰੂ ਕਹਿਣ ਲੱਗੇ ਭਾਈ ਕਿਸੇ ਚੀਜ਼ ਦੀ ਇੱਛਾ ਨਹੀਂ ਹੈ। ਕੁਝ ਸਮਾਂ ਲੰਘਿਆ, ਸਾਧ ਸੰਗਤ ਪ੍ਰਸ਼ਾਦਾ ਛਕਣ ਵਾਸਤੇ ਪੁੱਛਦੇ। ਗੁਰੂ ਨਾਨਕ ਮਹਾਰਾਜ ਫਿਰ ਜਵਾਬ ਦੇ ਦਿੱਤਾ,
ਸਤਿਗੁਰੂ ਜਾਣਦੇ ਸੀ ਵੀ ਜੋ ਵੀ ਚੀਜ਼ ਇਹਨਾਂ ਲੈ ਕੇ ਆਉਣੀ ਹੈ ਉਹਦੇ ਵਿੱਚ ਸੰਖੀਆਂ ਮਿਲਿਆ ਹੋਣਾ, ਜ਼ਹਿਰ ਮਿਲਿਆ ਹੋਣਾ। ਇਹ ਆਪਾਂ ਨੂੰ ਠੱਗਣਾ ਚਾਹੁੰਦੇ, ਲੁੱਟਣਾ ਚਾਹੁੰਦੇ, ਮਾਰਨਾ ਚਾਹੁੰਦੇ। ਉਹ ਵਾਰ-ਵਾਰ ਪੁੱਛਦੇ ਐ, ਸਤਿਗੁਰੂ ਵਾਰ-ਵਾਰ ਇਨਕਾਰ ਕਰਦੇ ਐ, ਜਵਾਬ ਦੇ ਦਿੰਦੇ। ਕਹਿੰਦੇ ਮਰਦਾਨੇ ਨੇ ਪੁੱਛਿਆ, ਬੇਨਤੀ ਕੀਤੀ, ਪਾਤਸ਼ਾਹ ਆਪ ਜੀ ਤਾਂ ਨਾਮ ਦੇ ਆਧਾਰ ਤੇ ਹੋ, ਸਾਚਾ ਨਾਮ ਮੇਰਾ ਆਧਾਰ ਹੋ। ਆਪ ਜੀ ਦੇ ਪਾਵਨ ਬਚਨ ਨੇ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਹੈ ਖਾਏ ਚਲਿਆ ਹੈ ਦੁੱਖ। ਆਪ ਤਾਂ ਨਾਮ ਦੇ ਆਸਰੇ ਕਿੰਨੇ ਕਿੰਨੇ ਦਿਨ ਪਾਤਸ਼ਾਹ ਗੁਜ਼ਾਰ ਲੈਨੇ ਹੋ, ਪਰ ਮੈਨੂੰ ਭੁੱਖ ਲੱਗਦੀ, ਪਿਆਸ ਲੱਗਦੀ। ਇਹ ਨਹੀਂ ਸੀ ਕਿ ਮਰਦਾਨੇ ਨੂੰ ਬਹੁਤੀ ਭੁੱਖ ਲੱਗਦੀ ਸੀ। ਸਤਿਗੁਰੂ ਤਾਂ ਜਗਤ ਦੀਆਂ ਭੁੱਖਾਂ ਦੂਰ ਕਰਨ ਵਾਲੇ। ਸਭ ਤੋਂ ਵੱਧ ਸੰਗਤ ਧਿਆਨ ਦੇਣਾ, ਸਭ ਤੋਂ ਜ਼ਿਆਦਾ ਸੰਗਤ ਕਰਨ ਦਾ ਸਮਾਂ ਗੁਰੂ ਨਾਨਕ ਮਹਾਰਾਜ ਦੇ ਨੇੜੇ ਰਹਿਣ ਦਾ ਸਮਾਂ ਭਾਈ ਮਰਦਾਨਾ ਜੀ ਨੂੰ ਮਿਲਿਆ। 47 ਸਾਲ, ਤਕਰੀਬਨ ਅੱਧੀ ਸਦੀ, 47 ਸਾਲ ਇਤਿਹਾਸਕਾਰਾਂ ਨੇ ਲਿਖਿਆ ਭਾਈ ਮਰਦਾਨਾ ਜੀ ਗੁਰੂ ਨਾਨਕ ਮਹਾਰਾਜ ਦੀ ਸੰਗਤ ਵਿੱਚ, ਸੇਵਾ ਵਿੱਚ ਰਹੇ। ਕਿ ਮਰਦਾਨੇ ਦੀ ਅਜੇ ਤੱਕ ਭੁੱਖ ਨਹੀਂ ਸੀ ਲੱਥੀ। ਇਹ ਤਾਂ ਸਤਿਗੁਰਾਂ ਦੀ ਸਾਧ ਸੰਗਤ ਆਪਣੀ ਹੀ ਖੇਡ ਹੁੰਦੀ ਸੀ। ਕੋਈ ਨਾ ਕੋਈ ਮਰਦਾਨੇ ਦੇ ਮਨ ਵਿੱਚ ਸਵਾਲ, ਸ਼ੰਕਾ ਪੈਦਾ ਹੋ ਜਾਂਦਾ। ਨਹੀਂ ਤਾਂ ਬ੍ਰਹਮ ਗਿਆਨ ਦੀ ਅਵਸਥਾ ਨੂੰ ਸਾਧ ਸੰਗਤ ਅਪੜਿਆ ਹੋਇਆ ਸੀ ਭਾਈ ਮਰਦਾਨਾ। ਸੋ ਬੇਨਤੀ ਕੀਤੀ, ਮਹਾਰਾਜ ਜੇ ਆਪ ਜੀ ਨੇ ਕੁਝ ਨਹੀਂ ਛਕਣਾ, ਦਾਸ ਨੂੰ ਆਗਿਆ ਦੇਵੋ। ਗੁਰੂ ਨਾਨਕ ਮਹਾਰਾਜ ਕਹਿੰਦੇ, ਮਰਦਾਨਿਆ ਮਰਜ਼ੀ ਹੈ ਤੇਰੀ, ਛਕ ਤਾਂ ਲਈ, ਪਰ ਸਾਡੀ ਇੱਕ ਗੱਲ ਸੁਣ ਲੈ, ਇਹ ਜਿੱਥੇ ਆਪਾਂ ਆਏ ਆ ਨਾ, ਇਹ ਭਲੇ ਮਾਨਸ ਨਹੀਂ। ਮਰਦਾਨਾ ਕਹਿੰਦਾ, ਮਹਾਰਾਜ ਪਿੰਡ ਵਾਲੇ, ਨਗਰ ਵਾਲੇ, ਇਲਾਕੇ ਦੇ ਲੋਕ ਤਾਂ ਸੱਜਣ ਦੀ ਸਿਫਤ ਬੜੀ ਕਰਦੇ। ਗੁਰੂ ਨਾਨਕ ਮਹਾਰਾਜ ਕਹਿੰਦੇ, ਸਾਡੇ ਨੇਤਰਾਂ ਦੇ ਨਾਲ ਵੇਖ, ਇਹ ਜੋ ਵੀ ਆਪਾਂ ਨੂੰ ਖਵਾਉਣਾ ਚਾਹੁੰਦੇ ਐ, ਪਿਆਉਣਾ ਚਾਹੁੰਦੇ ਐ, ਜ਼ਹਿਰ ਮਿਲਿਆ ਹੋਇਆ ਉਹਦੇ ਵਿੱਚ। ਵੇਖ ਲੈ ਜੇ ਛਕਣਾ ਚਾਹੁੰਦਾ। ਤੇ ਸਾਧ ਸੰਗਤ ਮਰਦਾਨਾ ਆਖਣ ਲੱਗਾ, ਸਤਿਗੁਰੂ ਜੇ ਆਪਾਂ ਨੂੰ ਮਾਰਨਾ ਚਾਹੁੰਦੇ ਆ ਤੇ ਆਪਾਂ ਇੱਥੇ ਕਰਦੇ ਕੀ ਆ? ਮੈਂ ਰਵਾਬ ਚੁੱਕਦਾ, ਚਲੋ ਚੱਲੀਏ। ਆਪਾਂ ਇਹੋ ਜਿਹੇ ਲੋਕਾਂ ਕੋਲੇ ਲੈਣ ਕੀ ਆਏ ਆ? ਸਤਿਗੁਰੂ ਕਹਿੰਦੇ, ਜੇ ਆਪਾਂ ਨਹੀਂ ਜਾਵਾਂਗੇ ਤੇ ਹੋਰ ਕੌਣ ਜਾਵੇਗਾ? ਬਈ ਡਿਊਟੀ ਨਿਰੰਕਾਰ ਨੇ ਇਹੋ ਹੀ ਲਾਈ ਹੈ। ਆਪਣੀ ਡਿਊਟੀ ਹੈ। ਜੇ ਆਪਾਂ ਨਹੀਂ ਜਾਵਾਂਗੇ ਕੌਣ ਜਾਊ? ਮਰਦਾਨਾ ਕਹਿੰਦਾ, ਪਾਤਸ਼ਾਹ ਚੱਲੀਏ। ਸਤਿਗੁਰੂ ਕਹਿੰਦੇ, ਬਹਿ ਜਾ। ਉਹ ਆਪਾਂ ਨੂੰ ਠੱਗਣਾ ਚਾਹੁੰਦੇ ਐ, ਆਪਾਂ ਨੂੰ ਮਾਰਨਾ ਚਾਹੁੰਦੇ ਐ। ਤੂੰ ਰਬਾਬ ਚੁੱਕ। ਬਾਣੀ ਆਈ ਹੈ। ਉਧਰ ਨੌਕਰਾਂ ਨੇ ਜਾ ਕੇ ਸੱਜਣ ਨੂੰ ਦੱਸਿਆ, ਆਪਣੇ ਮਾਲਕ ਨੂੰ। ਕਹਿੰਦੇ ਜਿਹੜੇ ਫਕੀਰ ਆਏ ਹੈ ਨਾ, ਫਕੀਰੀ ਬਾਣੇ ਦੇ ਵਿੱਚ ਹਨ ਕੋਈ ਅਮੀਰ ਧਨਾੜ, ਕੁਝ ਵੀ ਛਕਦੇ ਨਹੀਂ। ਇਉਂ ਲੱਗਦਾ ਜਿਵੇਂ
ਉਹਨਾਂ ਨੂੰ ਪਤਾ ਹੈ ਆਪਣੇ ਬਾਰੇ। ਜਲ ਪੁੱਛਿਆ ਕਹਿੰਦੇ ਨਹੀਂ, ਦੁੱਧ ਪੁੱਛਿਆ ਕਹਿੰਦੇ ਨਹੀਂ, ਪ੍ਰਸ਼ਾਦਾ ਪੁੱਛਿਆ ਨਹੀਂ, ਨਹਾਉਣ ਵਾਸਤੇ ਪਾਣੀ ਪੁੱਛਿਆ ਕਹਿੰਦੇ ਨਹੀਂ। ਸੱਜਣ ਕਹਿੰਦਾ ਚਲੋ ਮੈਂ ਚੱਲ ਕੇ ਦੇਖਦਾ। ਅੱਜ ਤੱਕ ਕਿੰਨੇ ਆਏ, ਕਿੰਨੇ ਠੱਗੇ, ਕਿੰਨੇ ਲੁੱਟੇ, ਕਿੰਨੇ ਮਾਰੇ, ਅੱਜ ਤੱਕ ਸੱਜਣ ਦੇ ਕੋਲੋਂ ਕੋਈ ਬਚ ਕੇ ਨਹੀਂ ਜਾ ਸਕਿਆ। ਇਹ ਵੀ ਕਿਸੇ ਨਾ ਕਿਸੇ ਤਰੀਕੇ ਆਪਣੇ ਜਾਲ ਵਿੱਚ ਜ਼ਰੂਰ ਫਸਣਗੇ। ਭਰਮਾ ਲਵਾਂਗੇ ਇਹਨਾਂ ਨੂੰ, ਨਹੀਂ ਤਾਂ ਮੂਹਰੇ ਰਾਤ ਆਉਂਦੀ ਹੈ, ਸੁੱਤੇ ਪਿਆਂ ਦੇ ਗਲ ਵਿੱਚ ਰੱਸਾ ਪਾ ਕੇ ਕੁੱਟ ਦਿਆਂਗੇ। ਚੱਲ ਮੈਂ ਚੱਲ ਕੇ ਵੇਖਦਾ। ਸਾਧ ਸੰਗਤ ਜਦੋਂ ਸੱਜਣ ਤੁਰਿਆ ਤੇ ਜਿਸ ਅਸਥਾਨ ਤੇ ਕਮਰੇ 'ਚ ਗੁਰੂ ਨਾਨਕ ਮਹਾਰਾਜ ਬੈਠੇ ਸੀ, ਅਜੇ ਸਾਹਮਣੇ ਨਹੀਂ ਹੋਇਆ। ਸਾਧ ਸੰਗਤ ਅਜੇ ਗੁਰੂ ਕੇ ਦਰਸ਼ਨ ਨਹੀਂ ਕੀਤੇ। ਗੁਰੂ ਨਾਨਕ ਪਾਤਸ਼ਾਹ ਸਾਧ ਸੰਗਤ ਬਾਣੀ ਦਾ ਕੀਰਤਨ ਕਰਨ ਲੱਗ ਗਏ ਐ। ਕੀਰਤਨ ਦੀ ਮਿੱਠੀ ਆਵਾਜ਼, ਬਾਣੀ ਦੀ ਮਿੱਠੀ ਆਵਾਜ਼ ਸੱਜਣ ਠੱਗ ਦੇ ਸਾਧ ਸੰਗਤ ਕੰਨਾਂ ਦੇ ਵਿੱਚ ਪਈ ਹੈ। ਸ਼ਬਦ ਕਿਹੜਾ ਸੀ? ਇਤਿਹਾਸਕਾਰਾਂ ਨੇ ਦੱਸਿਆ, ਕਹਿੰਦੇ ਸੱਜਣ ਦੀ ਸਰਾਂ ਦੇ ਵਿੱਚ ਜਿਹੜਾ ਸ਼ਬਦ ਪੜਿਆ, ਉਹ ਸ਼ਬਦ ਸੀ ਉੱਜਲ ਕੇਹਾ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ ਸੋ ਧੋਵਾ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨਾ, ਜਿੱਥੈ ਲੇਖਾ ਮੰਗੀਐ ਤਿੱਥੈ ਖੜੈ ਦਸਾਨਾ, ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਾਨਾ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਅਨ। ਸਾਰਾ ਸ਼ਬਦ ਸਾਧ ਸੰਗਤ ਕਾਫੀ, ਹੋਰ ਸਾਧ ਸੰਗਤ ਪੰਕਤੀਆਂ ਨੇ, ਕਾਫੀ ਲੰਮਾ ਸ਼ਬਦ ਹੈ। ਸ਼ਬਦ ਦਾ ਅਰਥ ਇਸ ਤਰ੍ਹਾਂ ਬਣਦਾ ਸੀ ਵੀ ਜੋ ਦਿਸਦਾ ਹੈ ਉਹ ਹੁੰਦਾ ਨਹੀਂ। ਜੋ ਦਿਸਦਾ ਹੈ, ਬਗਲਾ ਕਿੰਨਾ ਸੋਹਣਾ ਲੱਗਦਾ ਹੈ, ਕਿੰਨਾ ਸੋਹਣਾ ਚਿੱਟਾ ਰੰਗ ਹੈ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਾਨਾ, ਕਿੰਨੇ ਤੀਰਥਾਂ ਦੇ ਸਾਧ ਸੰਗਤ ਸਰੋਵਰਾਂ 'ਚ, ਨਦੀਆਂ 'ਚ। ਪਰ ਯਾਦ ਰੱਖਿਓ, ਇੱਕ ਸਰੋਵਰ ਇਹੋ ਜਿਹਾ ਹੈ ਜਿੱਥੇ ਬਗਲਾ ਤੇ ਸਾਧ ਸੰਗਤ ਡੱਡੂ, ਦੋ ਚੀਜ਼ਾਂ ਨਹੀਂ ਮਿਲਣਗੀਆਂ। ਪਹਿਰਾ ਰੱਖ ਕੇ ਵੀ ਵੇਖ ਲਿਆ, ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਾਵਨ ਸਰੋਵਰ ਮੱਛੀਆਂ ਹੋਣ ਦੇ ਬਾਵਜੂਦ ਵੀ, ਜਿੱਥੇ ਮੱਛੀਆਂ ਹੋਣਗੀਆਂ ਡੱਡੂ ਅੱਪੜੇਗਾ ਹੀ, ਜਿੱਥੇ ਮੱਛੀਆਂ ਹੋਣਗੀਆਂ ਬਗਲਾ ਅੱਪੜੇਗਾ। ਇੰਨੀਆਂ ਮੱਛੀਆਂ ਹੋਣ ਦੇ ਬਾਵਜੂਦ ਵੀ ਸਾਧ ਸੰਗਤ ਅੱਜ ਤੱਕ ਅੰਮ੍ਰਿਤਸਰ ਸਾਧ ਸੰਗਤ ਸਰੋਵਰ ਵਿੱਚ ਕਿਸੇ ਨੇ ਬਗਲਾ ਬੈਠਾ ਨਹੀਂ ਵੇਖਿਆ। ਅੱਜ ਤੱਕ ਅੰਮ੍ਰਿਤਸਰ ਦੇ ਸਰੋਵਰ ਦੇ ਵਿੱਚ ਕਿਸੇ ਨੇ ਸਾਧ ਸੰਗਤ ਡੱਡੂ ਨੂੰ ਨਹੀਂ ਵੇਖਿਆ। ਦੋ ਤਰ੍ਹਾਂ ਦੇ ਸਾਧ ਸੰਗਤ ਮਨੁੱਖ, ਇਨਸਾਨ ਉੱਥੇ ਨਹੀਂ ਰਹਿ ਸਕਦੇ। ਇੱਕ ਤਾਂ ਬਗਲੇ ਵਰਗੇ ਕਪਟੀ ਜਿਹੜੇ ਦਿਸਦੇ ਹੋਰ ਤੇ ਸਾਧ ਸੰਗਤ ਹੁੰਦੇ ਹੋਰ, ਇੱਕ ਡੱਡੂ ਵਾਂਗ ਛੜਪੀ ਮਾਰ ਜਿਹੜੇ ਟਿਕ ਕੇ ਨਹੀਂ ਬਹਿ ਸਕਦੇ, ਉਹਨਾਂ ਦਾ ਸਾਧ ਸੰਗਤ ਉੱਥੇ ਕੰਮ ਕੀ ਹੈ? ਜਿਹਦਾ ਮਨ ਟਿਕ ਕੇ ਨਹੀਂ ਬੈਠੇਗਾ, ਉਹ ਸਾਧ ਸੰਗਤ ਗੁਰੂ ਕੀ ਬਾਣੀ ਦਾ ਲਾਭ ਕਿਵੇਂ ਉਠਾ ਸਕਦਾ ਹੈ? ਅੱਠੇ ਪੈਰ ਹਰਿਮੰਦਰ ਸਾਹਿਬ ਦੇ ਵਿੱਚ ਹੁੰਦੇ ਕੀਰਤਨ ਦਾ ਕਿਵੇਂ ਲਾਭ ਉਠਾਵੇਗਾ ਜਿਹਦਾ ਮਨ ਸਾਧ ਸੰਗਤ ਡੱਡੂ ਵਾਂਗੂ ਛਾਲਾ ਮਾਰ ਰਿਹਾ ਹੈ? ਉੱਥੇ ਤੇ ਟਿਕੇ ਮਨ, ਭਾਂਡਾ ਟਿਕਿਆ ਤੇ ਵਸਤੂ ਪਵੇਗੀ। ਉੱਥੇ ਤੇ ਸਾਧ ਸੰਗਤ ਜੁੜੀਆਂ ਸੁਰਤਾਂ ਵਾਲੇ, ਟਿਕੇ ਹੋਏ ਮਨਾਂ ਵਾਲੇ ਸਾਧ ਸੰਗਤ ਲਾਭ ਉਠਾ ਸਕਦੇ ਹੈ। ਨਹੀਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਸੀ
ਜਦੋਂ ਮਸੰਦਾਂ ਨੇ ਵੇਖ ਕੇ ਕਵਾੜ ਦਰਵਾਜ਼ੇ ਬੰਦ ਕਰ ਦਿੱਤੇ, ਮਹਾਰਾਜ ਕਹਿੰਦੇ ਨਾਹੇ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਕਹਿੰਦੇ ਤੁਸੀਂ ਅੰਮ੍ਰਿਤਸਰ ਰਹਿਣ ਦੇ ਲਾਇਕ ਨਹੀਂ, ਇਹ ਤੇ ਅੰਮ੍ਰਿਤ ਦਾ ਸਰ ਸਰੋਵਰ ਹੈ, ਪਾਵਨ ਧਰਤੀ ਹੈ, ਗੁਰੂ ਸਾਹਿਬਾਨਾਂ ਦੀ ਨਵਾਜੀ ਹੋਈ, ਤੇ ਤੁਸੀਂ ਤੇ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਹੋ। ਸਾਧ ਸੰਗਤ ਆਓ, ਸਤਿਗੁਰਾਂ ਦੀ ਬਾਣੀ ਸੱਜਣ ਦੇ ਕੰਨਾਂ ਵਿੱਚ ਪੈ ਰਹੀ ਹੈ, ਤੇ ਬਾਣੀ ਦੀ ਰੋਸ਼ਨੀ ਦੇ ਵਿੱਚ ਨਾ ਪਿਆਰਿਓ ਨੂੰ ਆਪਣਾ ਆਪਾ ਦਿਸਣ ਲੱਗ ਪਿਆ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਕਿੰਨਾ ਸੋਹਣਾ ਰੰਗ ਹੈ ਬੱਗਾ, ਚਿੱਟਾ ਰੰਗ, ਤੀਰਥਾਂ ਤੇ ਵੀ ਜ਼ਿਆਦਾ ਰਹਿੰਦਾ ਹੈ, ਪਰ ਘੁੱਟ ਘੁੱਟ ਜੀਆਂ ਖਾਵਣੇ, ਬੱਗੇ ਨਾ ਕਹੀ ਅੰਨ। ਕਰਨਾ ਕੀ ਹੈ? ਛਲ ਕਪਟ ਦੇ ਨਾਲ ਜੀਆਂ ਨੂੰ। ਸਾਧ ਸੰਗਤ ਬਗਲਾ ਖਲੋ ਗਿਆ ਲੱਤ ਦੇ ਭਾਰ, ਇੱਕ ਲੱਤ ਦੇ ਭਾਰ ਖਲੋਤਾ, ਅੱਖਾਂ ਬੰਦ ਨੇ। ਮੱਛੀਆਂ ਨੇ ਸੋਚਿਆ ਕੋਈ ਭਗਤ ਹੈ, ਨੇੜੇ ਆਉਂਦੀਆਂ ਤੇ ਝਪਟਾ ਮਾਰ ਕੇ ਸਾਧ ਸੰਗਤ ਲੈ ਕੇ ਉੱਡ ਜਾਂਦਾ। ਘੁੱਟ ਘੁੱਟ ਜੀਆਂ ਖਾਵਣੇ, ਬੱਗੇ ਨਾ ਕਹੀ ਹਨ। ਕਹਿੰਦੇ ਉਹਨਾਂ ਨੂੰ ਚਿੱਟੇ ਅਖਵਾਉਣ ਦਾ, ਬੱਗੇ ਅਖਵਾਉਣ ਦਾ ਹੱਕ ਨਹੀਂ। ਪਾਤਸ਼ਾਹ ਦਾ ਸ਼ਬਦ, ਪਾਤਸ਼ਾਹ ਦੀ ਬਾਣੀ ਸੇਧ ਦੇਈ ਜਾਂਦੀ ਹੈ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ। ਉਹ ਸੱਜਣ ਤਾਂ ਉਹ ਹੁੰਦੇ ਹੈ ਜਿਹੜੇ ਤੋੜ ਤੱਕ ਸਾਥ ਨਿਭਾਉਣ। ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦੇ ਸਨ। ਸੱਜਣ ਕੌਣ ਹੈ? ਬਾਣੀ ਕਹਿੰਦੀ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਸੱਜਣ ਤਾਂ ਭਾਈ ਸੱਚਾ ਪਾਤਸ਼ਾਹ ਹੈ। ਸਤਿਗੁਰੂ ਦਾ ਸ਼ਬਦ ਇੱਕ ਇੱਕ ਵਚਨ, ਤੇਰੇ ਕੰਮ ਨੇ ਜਲਾਤਾ ਵਾਰੇ, ਨਾਮ ਨੇ ਸੱਜਣ ਰੱਖੇ, ਤੇਰੇ ਕੰਮ ਨੇ ਜਲਾਤਾ ਵਾਰੇ, ਨਾਮ ਨੇ ਸੱਜਣ ਰੱਖੇ।
ਨਾਨਕਾ ਨੂੰ ਸੱਜਣ ਰੱਖਿਆ ਪਿਆਰਿਆ, ਨਾਨਕਾ ਨੂੰ ਸੱਜਣ ਰੱਖਿਆ। ਕਰਮ ਜਲਾਦਾਂ ਵਾਲੇ ਹੈ, ਨਾਮ ਤੇਰਾ ਸੱਜਣ ਹੈ। ਇਸ ਤਰ੍ਹਾਂ ਸਾਧ ਸੰਗਤ ਲੱਗਿਆ ਸੱਜਣ ਠੱਗ ਨੂੰ ਕਿ ਜਿਹੜਾ ਸ਼ਬਦ ਗੁਰੂ ਨਾਨਕ ਮਹਾਰਾਜ ਪੜ੍ਹ ਰਹੇ ਹੈ, ਇਹ ਇਨ ਬਿਨ ਮੇਰੇ ਉੱਤੇ ਟੁਕਦਾ ਹੈ। ਦਰਸ਼ਨ ਨਹੀਂ ਕੀਤੇ ਅਜੇ, ਰੁਕ ਗਿਆ ਬਾਣੀ ਦੀ ਆਵਾਜ਼ ਸੁਣ ਕੇ, ਖਲੋਤਾ ਸਤਿਗੁਰਾਂ ਦਾ ਸਾਧ ਸੰਗਤ ਪਾਵਨ ਸ਼ਬਦ ਸੁਣਦਾ ਰਿਹਾ। ਜਿਉਂ-ਜਿਉਂ ਬਾਣੀ ਸੁਣੀ, ਕੀਤੇ ਔਗਣ, ਕੀਤੇ ਅਪਰਾਧ, ਕੀਤੀਆਂ ਗਲਤੀਆਂ, ਇੱਕ ਇੱਕ ਕਰਕੇ ਸਾਧ ਸੰਗਤ ਅੱਖਾਂ ਮੋਰਦੀ ਲੰਘੀ ਜਾਂਦੀਆਂ। ਸਤਿਗੁਰਾਂ ਨੇ ਜਿੱਥੇ ਵੀ ਕਿਸੇ ਨੂੰ ਤਾਰਿਆ, ਉੱਥੇ ਸਾਧ ਸੰਗਤ ਗੁਰਬਾਣੀ ਦੇ ਨਾਲ ਤਾਰਿਆ, ਸ਼ਬਦ ਪੜ੍ਹਿਆ। ਇੱਕ ਦਿਨ ਦੇ ਵਿੱਚ, 4 ਦਿਨਾਂ 'ਚ, ਮਹੀਨੇ ਦੇ ਵਿੱਚ ਬਹਿ ਕੇ ਇਹ ਬਾਣੀ ਨਹੀਂ ਰਚੀ। ਇਹ ਕਦੇ ਸੱਜਣ ਦੀ ਸਰਾਂ ਦੇ ਵਿੱਚ, ਕਦੇ ਜਗਨਨਾਥ ਦੇ ਸਾਧ ਸੰਗਤ ਮੰਦਰਾਂ 'ਚ, ਕਦੇ ਮੱਕੇ ਦੀ ਧਰਤੀ ਤੇ, ਕਦੇ ਬਗਦਾਦ, ਕਦੇ ਕਰਤਾਰਪੁਰ ਸਾਹਿਬ। ਇੱਕ ਦਿਨ ਦੇ ਵਿੱਚ ਸਾਧ ਸੰਗਤ ਬਾਣੀ ਨਹੀਂ ਰਚੀ। ਸਮਾਂ ਹੁੰਦਾ ਸੀ। ਅੱਜ ਸੱਜਣ ਦੇ ਬੈਠੇ, ਇਹੋ ਜਿਹਾ ਸਾਧ ਸੰਗਤ ਪਾਤਸ਼ਾਹ ਨੇ ਦਰਗਾਹੀ ਬਾਣੀ ਦਾ ਸ਼ਬਦ ਪੜ੍ਹਿਆ। ਸ਼ਬਦ ਦੀ ਚੋਟ ਸੁਰਤ ਤੇ ਵੱਜੀ, ਸੁਰਤ ਤੇ। ਕਿੰਨੇ ਸ਼ਾਸਤਰ ਨੇ, ਹਥਿਆਰ ਨੇ, ਇਹਨਾਂ ਦੀਆਂ ਮਾਰਾਂ ਸਰੀਰ ਤੱਕ ਨੇ, ਜ਼ਖਮ ਹੋਣਗੇ, ਭਰ ਜਾਣਗੇ, ਪਰ ਜਿਹੜਾ ਸ਼ਬਦ ਦਾ ਵਾਰ ਹੈ ਨਾ, ਇਹ ਸੁਰਤ ਤੇ ਹੁੰਦਾ। ਆਪਾਂ ਆਖਦੇ ਆ ਨਾ, ਕੋਈ ਦਿਨ ਚੜੇ ਤੱਕ ਨਾ ਨਹਾਵੇ, ਕੀ ਕਹਿੰਦੇ ਆਪਾਂ, ਉਹ ਉੱਠ ਜਾ ਨਹਾ ਲੈ ਜਾ ਕੇ, ਸੁਰਤ ਆ ਜੂਗੀ। ਸਤਿਗੁਰਾਂ ਦੀ ਬਾਣੀ ਸਾਧ ਸੰਗਤ ਸਾਨੂੰ ਸੁਰਤ ਲਿਆਉਂਦੀ ਹੈ। ਬਸ ਸੁਰਤ ਦਾ ਜਾਗਣਾ ਹੀ ਨਵਾਂ ਜਨਮ ਹੈ ਭਾਈ। ਸਤ ਸੰਗਤ ਤੋਂ ਗੱਲ ਸ਼ੁਰੂ ਕੀਤੀ ਸੀ। ਸਾਡੀ ਚੇਤਨਾ ਦਾ ਜਾਗਣਾ, ਸਾਡੀ ਸੁਰਤੀ ਦਾ ਜਾਗਣਾ ਹੀ ਸਮਝੋ ਸਾਧ ਸੰਗਤ ਨਵਾਂ ਜਨਮ ਹੈ। ਸ਼ਬਦ ਦੀ ਚੋਟ ਸੁਰਤ ਤੇ ਹੋਈ,
ਸ਼ਬਦ ਦਾ ਭੋਗ ਪਿਆ, ਸਮਾਪਤੀ ਕੀਤੀ, ਮਰਦਾਨੇ ਦੀ ਰਵਾਬ ਬੰਦ ਹੋਈ। ਸਤਿਗੁਰਾਂ ਨੇ ਸੱਜਣ ਨੂੰ ਠੱਗ ਇੱਕ ਵਾਰ ਵੀ ਨਹੀਂ ਆਖਿਆ, ਉਹਨੂੰ ਕੋਲ ਬੁਲਾ ਕੇ ਨਹੀਂ ਆਖਿਆ ਤੂੰ ਠੱਗੀਆਂ ਮਾਰਦਾ ਹੈ, ਬੁਰੇ ਕਰਮ ਕਰਦਾ ਹੈ, ਤੂੰ ਮਾੜਾ ਹੈ। ਜਦੋਂ ਸਤਿਗੁਰਾਂ ਦੀ ਬਾਣੀ ਸੁਣੀ ਤੇ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਤੇ ਡਿੱਗ ਪਿਆ, ਕਗਿਆ ਕੇ ਗਿੜਗੜਾ ਕੇ ਸਾਧ ਸੰਗਤ ਆਖਣ ਲੱਗਾ, ਕਹਿਣ ਲੱਗਾ ਮਹਾਰਾਜ ਮੈਂ ਮਾੜਾ, ਮੈਂ ਪਾਪੀ ਆ, ਮੈਂ ਗੁਨਾਹਗਾਰ ਆ, ਮੈਂ ਅਪਰਾਧੀ ਆ। ਆ ਜਿਹੜਾ ਸ਼ਬਦ ਤੁਸੀਂ ਪੜਿਆ ਸੀ ਨਾ, ਇੱਕ ਇੱਕ ਅੱਖਰ ਮੇਰੇ ਉੱਤੇ ਢੁਕਦਾ ਹੈ, ਮੈਂ ਐਸਾ ਹੀ ਹਾਂ। ਪਰ ਸਤਿਗੁਰੂ ਜੇ ਮੈਂ ਐਸਾ ਤੇ ਆਪ ਬਖਸ਼ਣ ਹਾਰੋ। ਕਿਰਪਾ ਕਰ ਦਿਓ। ਹਮ ਮੈਲੇ ਊ ਦਿਲ ਕਰ ਦਿਓ। हम मैले तुम उज्जवल करते, हम निर्गुण तू दाता, हम मूर्ख तुम चतुर सियाणे, तू सर्व कला का ज्ञाता माधो। हम ऐसे तू ऐसा, हम पापी तुम पाप खंडन, नीको ठाकर देसा। सज्जन दे सत संगत नेत्रां चों जल, ਜ਼ਬਾਨ ਦੇ ਉੱਤੇ ਕੀਤੇ ਹੋਏ ਗੁਨਾਹ ਸਾਰੇ ਇਕਬਾਲ ਕਰੀ ਜਾਂਦਾ ਹੈ, ਮੰਨੀ ਜਾ ਰਿਹਾ ਹੈ। ਜਦੋਂ ਆਹ ਹਾਲ ਸਤਿਗੁਰਾਂ ਨੇ ਵੇਖੀ, ਸਤਿਗੁਰੂ ਆਖਣ ਲੱਗੇ ਸੱਜਣਾ, ਅਸੀਂ ਤੇ ਤੇਰੀ ਸਰਾਂ ਦੇ ਵਿੱਚ ਆਏ ਹੀ ਤੈਨੂੰ ਸੱਜਣ ਬਣਾਉਣ ਸਾਂ। ਹੁਣ ਤੱਕ ਤੇ ਤੂੰ ਜਲਾਦ ਸੀ, ਕਸਾਈ ਬਣਿਆ ਹੋਇਆ ਸੀ, ਤੈਨੂੰ ਅਸਲ ਦੇ ਵਿੱਚ ਸੱਜਣ ਬਣਾਉਣ ਆਏ ਸਾਂ। ਜਾਂ ਤੇਰੇ ਪਾਪ ਆ ਤੇਰੇ ਹੰਝੂਆਂ ਦੇ ਨਾਲ ਵਹਿ ਚੱਲੇ,
ਅਜੇ ਕੁਝ ਨਹੀਂ ਵਿਗੜਿਆ। ਪਿਛਲਾ ਸਮਾਂ ਜਿਵੇਂ ਲੰਘ ਗਿਆ, ਸਤਿਗੁਰੂ ਕਹਿੰਦੇ ਆਉਣ ਵਾਲਾ ਸਮਾਂ ਸੰਭਾਲ। ਆ ਪਾਪਾਂ ਦੇ ਨਾਲ ਜਿਹੜੀ ਇਕੱਠੀ ਕੀਤੀ ਹੈ ਦੌਲਤ, ਧਨ, ਮਾਇਆ, ਗਰੀਬਾਂ ਲੋੜਵੰਦਾਂ ਦੇ ਵਿੱਚ ਵੰਡ ਦੇ। ਜਿਹੜਾ ਢੌਂਗ ਕੀਤਾ ਹੋਇਆ ਨਾ, ਲੋਕਾਂ ਨੂੰ ਵਿਖਾਉਣ ਵਾਸਤੇ ਲੰਗਰ ਚੱਲਦੇ ਹੈ, ਧਰਮਸ਼ਾਲਾ ਬਣੀ ਹੈ, ਇਹਨੂੰ ਸੱਚੀ ਧਰਮਸ਼ਾਲਾ ਬਣਾ। ਆਏ ਗਏ ਰਾਹੀ ਦੀ, ਅਭਿਆਗਤ ਦੀ ਬੜੇ ਪਿਆਰ ਦੇ ਨਾਲ ਸੇਵਾ ਕਰ ਤੇ ਉਸ ਅਕਾਲ ਪੁਰਖ ਦਾ ਨਾਮ ਜਪ। ਸੱਚੇ ਨਾਮ ਦਾ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਕੱਢ ਦਿੱਤੀਆਂ ਸਾਧ ਸੰਗਤ ਜੀਵਨ ਦੇ ਵਿੱਚੋਂ ਬੁਰਾਈਆਂ, ਸੱਜਣ ਨੂੰ ਸੱਚਮੁੱਚ ਸੱਜਣ ਬਣਾ ਦਿੱਤਾ। ਜਦੋਂ ਸਤਿਗੁਰੂ ਗਏ, ਸੱਜਣ ਠੱਗ ਸੀ, ਸਤਿਗੁਰਾਂ ਨੂੰ ਵੀ ਖਾਣੇ ਦੇ ਵਿੱਚ ਜ਼ਹਿਰ ਦੇਣਾ ਚਾਹੁੰਦਾ, ਮਾਰਨਾ ਚਾਹੁੰਦਾ, ਠੱਗਣਾ ਚਾਹੁੰਦਾ ਹੈ। ਤੇ ਸਾਧ ਸੰਗਤ ਜਦੋਂ ਸਤਿਗੁਰੂ ਅੱਜ ਵਿਦਾ ਹੋਣ ਲੱਗੇ, ਸੱਜਣ ਭਗਤ ਬਣ ਚੁੱਕਿਆ ਹੈ। ਬਸ ਇਹੋ ਹੀ ਤੇ ਵਡਿਆਈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਉਹਨੂੰ ਗੁਰੂ ਦੀ ਸੰਗਤ ਮਿਲ ਗਈ, ਉਹਨੂੰ ਸੱਚਿਆਂ ਦੀ ਸਾਧ ਸੰਗਤ ਸੋਭਤ ਮਿਲ ਗਈ, ਸੱਚਿਆਂ ਦੀ ਸੰਗਤ ਪ੍ਰਾਪਤ ਹੋ ਗਈ। ਸੱਚੀ ਬੈਸਕ ਤਿੰਨ ਸੰਗ, ਜਿਨ ਸੰਗ ਜਪੀਐ ਨਾਉ, ਨਾਨਕ ਤਿੰਨ ਸੰਗ, ਸੰਗ ਨਾ ਕੀਚੀਐ ਜਿਨਾ ਆਪਣਾ ਸੁਆਉ। ਬਾਣੀ ਕਹਿ ਰਹੀ, ਸਤ ਸੰਗਤ ਮਿਲ ਗਈ, ਗੁਰੂ ਦੀ ਸੰਗਤ ਮਿਲ ਗਈ, ਪਿਆਰਿਓ ਸੱਜਣ ਤਰ ਗਿਆ। ਤੇ ਆਓ, ਬਾਣੀ ਤੇ ਅੱਜ ਵੀ ਉਹੋ ਹੀ ਹੈ। ਬਾਣੀ ਦੀ ਰੋਸ਼ਨੀ ਤੇ ਅੱਜ ਵੀ ਓਨੀ ਹੋਈ ਹੈ। ਗੁਰਬਾਣੀ ਦਾ ਪ੍ਰਕਾਸ਼ ਤੇ ਅੱਜ ਵੀ ਓਨਾ ਹੈ। ਲਿਖਣ ਦਾ ਢੰਗ ਬਦਲ ਗਿਆ ਹੋਣਾ, ਕਾਗਜ਼ ਦਾ ਰੂਪ ਬਦਲ ਗਿਆ ਹੋਣਾ, ਪਰ ਸਾਧ ਸੰਗਤ ਗੁਰੂ ਨਾਨਕ ਦੀ ਬਾਣੀ ਅੱਜ ਵੀ ਉਹੀ ਹੈ। ਅੱਜ ਵੀ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੁਭਾਏਮਾਨ ਹੈ, ਜਿਹੜਾ ਕਦੇ ਸੱਜਣ ਦੀ ਸਰਾਂ ਦੇ ਵਿੱਚ ਪੜਿਆ ਸੀ। ਜੇ ਉਹ ਸ਼ਬਦ ਸੁਣ ਕੇ ਸੱਜਣ ਜਿਹਾ ਸਾਧ ਸੰਗਤ ਠੱਗ, ਸੱਜਣ ਜਿਹਾ ਪਾਪੀ ਨੇਕ ਇਨਸਾਨ ਬਣ ਸਕਦਾ ਹੈ, ਤੇ ਸਾਧ ਸੰਗਤ ਗੁਰੂ ਦੀ ਬਾਣੀ ਸੁਣ ਕੇ, ਸਤਿਗੁਰਾਂ ਦੀ ਬਾਣੀ ਸੁਣ ਕੇ, ਸਤ ਸੰਗਤ ਕਰਕੇ ਆਪਾਂ ਕਿਉਂ ਨਹੀਂ ਤਰ ਸਕਦੇ? ਆਪਣਾ ਭਲਾ ਕਿਉਂ ਨਹੀਂ ਹੋ ਸਕਦਾ? ਉਹਨੇ ਤੇ ਇੱਕ ਸ਼ਬਦ ਸੁਣਿਆ, ਸਾਡੇ 3-3 ਦਿਨ ਅਖੰਡ ਪਾਠ ਸਾਹਿਬ ਆਰੰਭ ਰਹਿੰਦੇ ਨੇ। 5 ਪਾਠੀ ਵਾਰ-ਵਾਰ ਸਾਧ ਸੰਗਤ ਰੌਲਾ ਲਾ ਰਹੇ ਹੈ। ਕਿੰਨੀਆਂ ਸਭਾ ਸੁਸਾਇਟੀਆਂ ਬਣੀਆਂ, ਹਰ ਮਹੱਲੇ ਕੀਰਤਨ, ਦੀਵਾਨ, ਕਥਾ, ਸਮਾਗਮ, ਸਾਧ ਸੰਗਤ ਹੋ ਰਹੇ। ਕਿੰਨੇ ਸੁਣਨ ਵਾਲੇ, ਉਹੋ ਹੀ ਗੁਰੂ ਦੀ ਬਾਣੀ। ਪਰ ਇਸ ਚਾਨਣ ਦੇ ਵਿੱਚ ਆਪਣੇ ਆਪ ਨੂੰ ਸਾਧ ਸੰਗਤ ਪਛਾਣਨ ਵਾਲੇ ਘੱਟ ਨੇ। ਸੱਜਣ ਚੰਗਾ ਸੀ, ਸੱਜਣ ਚੰਗਾ ਸੀ ਜਿਨੇ ਗੁਰੂ ਦੇ ਸਾਧ ਸੰਗਤ ਬਚਨਾਂ ਤੇ ਪਹਿਰਾ ਦਿੱਤਾ। ਸਤਿਗੁਰਾਂ ਦੀ ਬਾਣੀ ਦੇ ਪ੍ਰਕਾਸ਼ ਦੇ ਵਿੱਚ ਆਪਣੇ ਸਾਧ ਸੰਗਤ ਜੀਵਨ ਨੂੰ ਪਛਾਣ ਲਿਆ, ਪਛਾਣ ਲਿਆ ਕਿ ਮੇਰਾ ਜੀਵਨ ਚੰਗਾ ਨਹੀਂ। ਬਸ ਸਤ ਸੰਗਤ ਵਿੱਚ ਇਸੇ ਵਾਸਤੇ ਆਉਣਾ, ਆਪਣੇ ਆਪ ਦੀ ਸਾਧ ਸੰਗਤ ਪਛਾਣ ਕਰਨੀ ਹੈ, ਸਤ ਸੰਗਤ ਵਿੱਚੋਂ ਸੋਝੀ ਲੈਣੀ ਹੈ। ਵਿਚਾਰ ਆਰੰਭ ਵਿੱਚ ਸੁਣੀ ਸੀ, 12 ਵਰੇ ਗਰਭਾਸ ਮੈਂ ਜੰਮਦਿਆਂ ਹੀ ਸੁੱਖ ਲਈ ਉਦਾਸੀ। ਐਸੇ ਸਤ ਸੰਗਤ ਦੇ ਵਿੱਚੋਂ ਵੱਡੇ ਵੱਡੇ ਰਿਸ਼ੀ, ਵੱਡੇ ਵੱਡੇ ਸਾਧ ਸੰਗਤ ਮਹਾਂਪੁਰਖ ਐਸੇ ਸੰਗਤ ਦੇ ਵਿੱਚੋਂ ਪੈਦਾ ਹੋਏ। ਸਤ ਸੰਗਤ, ਸੰਗਤ ਤਾਰੇਗੀ ਸਤਿਗੁਰੂ ਦੀ। ਸੰਗਤ ਕਿਸੇ ਸੰਤ ਦੀ ਸੰਗਤ ਸਮਝ ਕੇ
ਅੰਮ੍ਰਿਤ ਨੂੰ ਕਿਸੇ ਸੰਤ ਦਾ ਅੰਮ੍ਰਿਤ ਸਮਝ ਕੇ ਨਹੀਂ ਛਕਣਾ, ਗੁਰੂ ਦਾ ਅੰਮ੍ਰਿਤ, ਗੁਰੂ ਦੀ ਸੰਗਤ ਸਮਝ ਕੇ ਸਾਧ ਸੰਗਤ ਸਤਸੰਗ ਕਰਨਾ। ਨਿਸ਼ਾਨੀ ਦੱਸੀ ਸਤ ਸੰਗਤ ਦੀ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਜਿੱਥੇ ਬਈ ਨਾਮ ਦੀ ਗੱਲ, ਜਿੱਥੇ ਨਾਮ ਦੀ ਵਡਿਆਈ, ਜਿੱਥੇ ਨਾਮ ਦੀ ਮਹਿਮਾ। ਇੱਥੇ ਜਾਦੂ ਟੋਣੇ ਕਰਨ ਵਾਲੇ ਦਸਾਂ ਨੂੰ ਇਕੱਠਾ ਕਰੀ ਬੈਠੇ ਤੇ ਸਾਧ ਸੰਗਤ, ਉਹਨੂੰ ਵੀ ਆਪਾਂ ਕਹਿ ਦਈਏ ਸੰਗਤ, ਇਹ ਸਤ ਸੰਗਤ ਨਹੀਂ ਬਈ। ਜਿੱਥੇ ਅਕਾਲ ਪੁਰਖ ਦੇ ਨਾਮ ਦੀ ਗੱਲ ਹੋ ਰਹੀ, ਉਹ ਸਤ ਸੰਗਤ ਹੈ। ਆਓ 3 ਦਿਨ ਦੇ ਦੀਵਾਨਾਂ ਦਾ ਸਮਾਂ ਸੰਗਤ ਸੇਵਾ ਸੁਸਾਇਟੀ ਆਲੇ ਦੁਆਲੇ ਦੇ ਸਾਧ ਸੰਗਤ, ਇਲਾਕੇ ਦੀਆਂ ਨਾਲ ਪਿੰਡਾਂ ਦੀਆਂ ਸੰਗਤਾਂ ਨੇ ਰਲ ਮਿਲ ਕੇ ਰੱਖਿਆ। ਅੱਜ ਪਹਿਲੇ ਦਿਨ ਦੇ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਇਸੇ ਤਰ੍ਹਾਂ 2 ਦਿਨ ਇਹੋ ਹੀ ਸਮਾਂ ਦੀਵਾਨ ਸਜਣੇ। ਅੱਜ ਜਿੰਨੇ ਵੀ ਆਪ ਘਰਾਂ ਤੋਂ ਚੱਲ ਕੇ, ਨਗਰਾਂ ਤੋਂ, ਪਿੰਡਾਂ ਤੋਂ ਚੱਲ ਕੇ ਪਹੁੰਚੇ ਹੋ, ਕੱਲ ਨੂੰ ਵਧੇਰੀ ਗਿਣਤੀ ਦੇ ਵਿੱਚ ਸਾਰਿਆਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਤਾਂ ਹੀ ਸਾਧ ਸੰਗਤ ਸਮਾਗਮਾਂ ਦਾ ਜਿਹੜਾ ਮਨੋਰਥ ਹੈ ਉਹ ਪੂਰਾ ਹੋਵੇਗਾ, ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਸੰਗਤ ਲਾਭ ਪ੍ਰਾਪਤ ਕਰ ਸਕੇ। ਗੁਰੂ ਨਾਨਕ ਦੇ ਘਰ ਦੀਆਂ, ਗੁਰਬਾਣੀ ਦੀਆਂ, ਗੁਰਮਤਿ ਦੀਆਂ ਇਸੇ ਤਰ੍ਹਾਂ ਵਿਚਾਰਾਂ ਕਰਾਂਗੇ। ਜਿੰਨੇ ਗੁਰੂ ਪਾਤਸ਼ਾਹ ਨੇ ਸੋਝੀ ਬਖਸ਼ੀ, ਆਪ ਸੰਗਤਾਂ ਦਾ ਪਿਆਰ ਆਸ਼ੀਰਵਾਦ ਰਿਹਾ। ਆਓ ਇਸੇ ਤਰ੍ਹਾਂ ਸਮੁੱਚੀਆਂ ਸੰਗਤਾਂ ਨੇ ਹਾਜ਼ਰੀਆਂ ਭਰਦੀਆਂ ਨੇ। ਗੁਰਬਾਣੀ ਪੜ੍ਹਨੀ, ਗੁਰਬਾਣੀ ਸੁਣਨੀ। ਉੱਥੇ ਸਾਧ ਸੰਗਤ ਗੁਰਬਾਣੀ ਨੂੰ ਥੋੜਾ ਸਮਝੋ ਕਿ ਗੁਰਬਾਣੀ ਕੁਝ ਕਹਿ ਵੀ ਰਹੀ ਹੈ। ਸੱਜਣ ਨੇ ਸਮਝਿਆ ਨਾ, ਬਾਣੀ ਕੁਝ ਕਹਿ ਰਹੀ ਹੈ। ਬਾਣੀ ਸੱਚਮੁੱਚ ਕੁਝ ਕਹਿ ਰਹੀ ਹੈ। ਬਾਣੀ ਸਾਨੂੰ ਕਹਿ ਰਹੀ ਹੈ ਸਾਧ ਸੰਗਤ ਔਗਣ ਛੱਡਣ ਵਾਸਤੇ। ਬਾਣੀ ਕਹਿ ਰਹੀ ਹੈ ਬੁਰਾਈਆਂ ਛੱਡਣ ਵਾਸਤੇ। ਬਾਣੀ ਕਹਿ ਰਹੀ ਹੈ ਪਸ਼ੂਆਂ ਵਾਲੀ ਕਰਤੂਤ ਛੱਡਣ ਵਾਸਤੇ। ਗੁਰਬਾਣੀ ਸਾਨੂੰ ਸਾਧ ਸੰਗਤ ਨੇਕ ਭਲਾ ਅੰਦਰੋਂ ਬਾਹਰੋਂ ਇੱਕੋ ਜਿਹਾ ਬਣਨ ਦੀ ਪ੍ਰੇਰਨਾ ਦੇ ਰਹੀ ਹੈ। ਤੇ ਇਹ ਸਿੱਖਿਆ ਗੁਰਬਾਣੀ ਤੋਂ ਗ੍ਰਹਿਣ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਧ ਸੰਗਤ ਆਪਣੇ ਗੁਰੂ ਨੇ, ਸਤਿਗੁਰਾਂ ਤੋਂ ਸਿੱਖਿਆ ਗ੍ਰਹਿਣ ਕਰਕੇ, ਸਤਿਗੁਰਾਂ ਤੋਂ ਸੇਧ ਪ੍ਰਾਪਤ ਕਰਕੇ ਇਹ ਪਾਇਆ ਹੋਇਆ ਮਨੁੱਖਾ ਜਨਮ ਸਫਲਾ ਕਰਨਾ। ਆਓ ਜੋ ਸਾਧ ਸੰਗਤ ਅੱਜ ਕਿੰਨੇ ਪ੍ਰਕਾਰ ਦੀਆਂ ਬੁਰਾਈਆਂ ਗਿਣਤੀ ਕਰਨ ਲੱਗੀਏ ਤੇ ਕਿੰਨਾ ਸਮਾਂ ਸਾਧ ਸੰਗਤ ਹੋਰ ਲੱਗ ਜਾਵੇ। ਸਾਡੇ ਨੌਜਵਾਨ, ਸਾਡੇ ਬੱਚੇ ਸਾਧ ਸੰਗਤ ਮਾਰੂ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ। ਦੂਜੇ ਪਾਸੇ ਪਤਤ ਪੁਣਾ ਵੱਧ ਰਿਹਾ ਹੈ। ਫੇਰ ਵੇਖੀਏ ਨਜ਼ਰ ਮਾਰ ਕੇ ਕਿੰਨੇ ਵਹਿਮ ਭਰਮ ਪਖੰਡ ਸਾਧ ਸੰਗਤ ਵੱਧ ਰਹੇ ਨੇ। ਕਿਤੇ ਸਤਿਗੁਰਾਂ ਨੇ ਆਵਾਜ਼ ਦਿੱਤੀ ਸੀ, ਸੋ ਕਿਉ ਮੰਦਾ ਆਖਿਆ ਹੈ ਜਿਤ ਜੰਮੈ ਰਾਜਾਨ। ਅੱਜ ਸਾਧ ਸੰਗਤ ਜੰਮਣ ਤੋਂ ਪਹਿਲਾਂ ਹੀ ਪੇਟ ਦੇ ਵਿੱਚ ਸਾਧ ਸੰਗਤ ਲੜਕੀਆਂ ਨੂੰ ਮਾਰਿਆ ਜਾ ਰਿਹਾ, ਜਿਹਨੂੰ ਭਰੂਣ ਹੱਤਿਆ ਆਪਾਂ ਆਖਦੇ ਹਾਂ। ਭਾਵੇਂ ਸਾਧ ਸੰਗਤ ਸਮਾਂ ਕਾਫੀ ਬਦਲ ਚੁੱਕਿਆ ਹੈ, ਕੋਈ ਸਕੂਲਾਂ ਕਾਲਜਾਂ ਦੀ ਘਾਟ ਨਹੀਂ ਰਹੀ, ਪਰ ਫਿਰ ਵੀ ਨਜ਼ਰ ਮਾਰੋ ਆਸੇ ਪਾਸੇ, ਵੇਖੋ ਅਖਬਾਰਾਂ ਚੁੱਕ ਕੇ ਵੇਖ ਲਓ, ਨਿਊਜ਼ ਚੈਨਲ ਲਾ ਕੇ ਵੇਖ ਲਓ ਕੀ ਹੋ ਰਿਹਾ ਹੈ ਦੁਨੀਆ ਦੇ ਵਿੱਚ, ਸਮਾਜ ਵਿੱਚ ਕੀ ਸਾਧ ਸੰਗਤ ਵਾਪਰ ਰਿਹਾ ਹੈ। ਪਿਛਲੀ ਵਾਰ ਵੀ ਅਸੀਂ ਦੀਵਾਨਾਂ ਦੇ ਵਿੱਚ ਜ਼ਿਕਰ ਕੀਤਾ ਸੀ,
ਜਦੋਂ ਪਿਛਲੇ ਸਾਲ ਦੀਵਾਨ ਲੱਗੇ ਸਨ, ਕੀ ਹੋ ਰਿਹਾ ਹੈ? ਹਰ ਪਾਸੇ ਸਾਧ ਸੰਗਤ, ਅਪਰਾਧ, ਪਾਪ, ਲੁੱਟਾਂ ਖੋਹਾਂ, ਕਤਲ। ਭਾਵੇਂ ਵਿਦਿਆ ਦਾ ਸਾਧ ਸੰਗਤ ਕੋਈ ਘਾਟਾ ਨਹੀਂ, ਪਰ ਜਿੰਨਾ ਚਿਰ ਗੁਰਮਤਿ ਦੀ ਵਿਦਿਆ, ਗੁਰਬਾਣੀ ਦੀ ਵਿਦਿਆ ਆਪਾਂ ਗ੍ਰਹਿਣ ਨਹੀਂ ਕਰਦੇ, ਉਹਨਾਂ ਚਿਰ ਸਾਧ ਸੰਗਤ ਇਹ ਜਿਹੜਾ ਵਰਤਾਰਾ ਹੈ, ਇਹ ਸਾਧ ਸੰਗਤ ਘਟ ਨਹੀਂ ਸਕਦਾ। ਕਿਉਂਕਿ ਗੁਰਬਾਣੀ ਹੀ, ਧਰਮ ਹੀ ਸਾਧ ਸੰਗਤ ਮਨੁੱਖ ਨੂੰ ਚੰਗਾ ਬਣਾਉਂਦਾ। ਤੇ ਜਿਹੜੇ ਧਰਮੀ ਬੰਦੇ ਹੁੰਦੇ ਹੈ, ਉਹ ਤੇ ਭਾਵੇਂ ਜ਼ਾਲਮਾਂ ਦੀ ਕਚਹਿਰੀ ਵਿੱਚ, ਭਾਵੇਂ ਜ਼ਾਲਮਾਂ ਦੀ ਕਚਹਿਰੀ ਦੇ ਵਿੱਚ ਸਾਧ ਸੰਗਤ ਬੈਠੇ ਹੋਣ, ਉਹਨਾਂ ਨੇ ਤੇ ਆਪਣੀ ਸਾਧ ਸੰਗਤ ਗੱਲ ਕਹਿ ਹੀ ਦੇਣੀ ਹੈ। ਸਾਈਂ ਮੀਆਂ ਮੀਰ ਜੀ ਆਣ ਨਹੀਂ ਪਹੁੰਚੇ, ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਬੈਠੇ ਹੱਥ ਜੋੜੀ ਖਲੋਤੇ ਹੈ। ਮਲੇਰਕੋਟਲੇ ਵਾਲਾ ਨਵਾਬ ਸ਼ੇਰ ਮੁਹੰਮਦ ਖਾਨ ਸੂਬੇ ਵਜ਼ੀਰ ਖਾਨ ਦੀ ਭਰੀ ਕਚਹਿਰੀ ਦੇ ਵਿੱਚ ਹਾਂ ਦਾ ਨਾਰਾ ਮਾਰ ਰਿਹਾ ਹੈ। ਸੇਠ ਟੋਡਰਮਲ ਖੜੀਆਂ ਮੋਹਰਾਂ ਵਿਛਾ ਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਵਾਸਤੇ ਸਾਧ ਸੰਗਤ ਜਗ੍ਹਾ ਖਰੀਦ ਰਿਹਾ ਹੈ। ਮੋਤੀ ਰਾਮ ਮਹਿਰਾ ਦੁੱਧ ਦੀ ਸੇਵਾ ਕਰੀ ਜਾ ਰਹੀ। ਧਰਮ ਤੇ ਭਾਈ ਇਹੋ ਜਿਹੇ ਬਣਾਉਂਦਾ। ਇੱਕ ਹਿੰਦੂ ਸੀ, ਟੋਡਰਮਲ ਸਾਧ ਸੰਗਤ ਹਿੰਦੂਆਂ ਦੇ ਵਿੱਚੋਂ, ਤੇ ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲੇ ਵਾਲਾ ਮੁਸਲਮਾਨਾਂ ਵਿੱਚੋਂ, ਸਾਈਂ ਮੀਆਂ ਮੀਰ ਜੀ ਮੁਸਲਮਾਨਾਂ ਵਿੱਚੋਂ। ਧਰਮ ਤੇ ਸਾਧ ਸੰਗਤ ਇਹੋ ਜਿਹਾ ਕੁਝ ਸਾਨੂੰ ਸਿਖਾ ਰਿਹਾ ਹੈ। ਤੇ ਜੇ ਸਹੀ ਅਰਥਾਂ ਦੇ ਵਿੱਚ ਧਰਮ ਦੇ ਮਹਿਣੇ, ਧਰਮ ਦੇ ਅਰਥ ਆਪਾਂ ਗ੍ਰਹਿਣ ਕਰੀਏ, ਧਰਮੀ ਹੀ ਸਾਧ ਸੰਗਤ ਚੰਗੇ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਆਓ ਸਮਾਂ ਅੱਗੇ ਸਾਧ ਸੰਗਤ ਵਿਚਾਰਾਂ ਕਰਨ ਦੀ ਆਗਿਆ ਨਹੀਂ ਦਿੰਦਾ, ਇੱਥੇ ਹੀ ਵਿਚਾਰਾਂ ਨੂੰ ਵਿਸ਼ਰਾਮ ਦਿੰਦੇ ਹਾਂ। ਬੋਲਦੇ ਹਾਂ, ਵਿਚਾਰ ਕਰਦੇ ਹਾਂ, ਕਈ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ। ਸਤਿਗੁਰੂ ਤੇ ਸਤਿਗੁਰਾਂ ਦੀ ਸੰਗਤ ਬਖਸ਼ਣਹਾਰ। ਇੱਕ ਵਿਸ਼ੇਸ਼ ਜ਼ਰੂਰੀ ਬੇਨਤੀ ਹੈ, ਜਦੋਂ ਵੀ ਪੰਡਾਲ ਵਿੱਚ ਆਈਏ ਜਾਂ ਜਾਈਏ, ਕਿਸੇ ਨੇ ਨਾ ਤੇ ਉੱਠਣ ਦੀ ਖਿਚੜਾ ਕਰਨੀ ਹੈ, ਤੇ ਨਾ ਹੀ ਭਾਈ ਕਿਸੇ ਮਾਈ ਭਾਈ ਬੱਚੇ ਬਜ਼ੁਰਗ ਨੇ ਸਾਡੇ ਪੈਰੀ ਹੱਥ ਲਾਉਣ ਜਾਂ ਮੱਥਾ ਟੇਕਣ ਦੀ ਕਿਰਪਾਲਤਾ ਕਰਨੀ। ਕਿਸੇ ਨੇ ਮੱਥਾ ਨਹੀਂ ਟੇਕਣਾ, ਕਿਸੇ ਨੇ ਪੈਰੀ ਹੱਥ ਨਹੀਂ ਲਾਉਣੇ। ਫਤਿਹ ਬੁਲਾਇਆ ਕਰੋ। ਫਤਿਹ ਵਿੱਚ ਹੀ ਸਾਧ ਸੰਗਤ ਸਭ ਕੁਝ ਹੈ। ਜਿਹਦੀ ਰਗ ਵਿੱਚ ਫਤਿਹ, ਉਹਦੀ ਜਗ ਵਿੱਚ ਫਤਿਹ। ਜਿਹਦੀ ਜ਼ੁਬਾਨ ਤੇ ਫਤਿਹ, ਉਹਦੀ ਮੈਦਾਨ 'ਚ ਫਤਿਹ। ਸੋ ਮੱਥਾ ਟੇਕਣਾ ਹੈ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਤੇ ਬਾਕੀ ਜਿਹੜਾ ਸਾਧ ਸੰਗਤ ਸਤਿਕਾਰ ਹੈ, ਉਹ ਫਤਿਹ ਦੇ ਵਿੱਚ ਹੀ ਸਾਧ ਸੰਗਤ ਪੂਰਾ ਹੋ ਜਾਂਦਾ ਹੈ। ਅਸਲ ਸਤਿਕਾਰ ਕੀ ਹੈ? ਕਿਸੇ ਆਪਾਂ ਵਿਸ਼ੇਸ਼ ਦਾ, ਕਿਸੇ ਮਹਾਂਪੁਰਖ ਦਾ, ਕਿਸੇ ਪ੍ਰਚਾਰਕ ਦਾ ਆਪਾਂ ਸਤਿਕਾਰ ਕਰਨਾ ਹੈ, ਆਪਾਂ ਸਮਝੀਏ ਕਿ ਸਰੂਪਾ ਦੇਤਾ ਸਤਿਕਾਰ ਹੋ ਗਿਆ। ਨਹੀਂ, ਸਤਿਕਾਰ ਅਸਲ ਕੀ ਹੈ? ਸਾਧ ਸੰਗਤ ਜੇ ਕੋਈ ਆਪਾਂ ਉਹਦੀ ਗੱਲ ਮੰਨ ਲਈਏ। ਬਜ਼ੁਰਗ ਬੈਠਾ ਹੈ ਤੇ ਕੋਈ ਬੱਚੇ ਲੰਘੇ ਜਾਂਦੇ, ਆਖਦਾ ਜਾ ਭਾਈ ਸਾਡੇ ਘਰ ਆ ਸੁਨੇਹਾ ਦੇ ਆ ਜਾ ਕੇ। ਤੇ ਜਿਹੜਾ ਤੇ ਬਜ਼ੁਰਗ ਆਖੇ ਲੱਗ ਗਿਆ, ਤੇ ਫਿਰ ਉਹਨੂੰ ਤੇ ਉਹ ਬਜ਼ੁਰਗ ਆਪਣੇ ਕੋਲ ਸੱਦ ਕੇ ਨਾਲੇ ਸਿਰ ਤੇ ਹੱਥ ਫੇਰਦਾ ਹੈ, ਨਾਲੇ ਆਖੇਗਾ ਬੜਾ ਬੀਬਾ ਬੱਚਾ ਹੈ, ਬੜਾ ਸਿਆਣਾ ਬੱਚਾ ਹੈ, ਕਿਹਦਾ ਪੁੱਤਰ ਹੈ ਤੂੰ? ਕਿੰਨਾ ਖੁਸ਼ ਹੁੰਦਾ, ਕਿਉਂਕਿ ਆਖੇ ਲੱਗ ਗਿਆ ਨਾ। ਤੇ ਜਿਹੜਾ ਬੱਚਾ ਅੱਗੋਂ ਸਾਧ ਸੰਗਤ ਹੁਜਤ ਕਰਕੇ, ਮਖੌਲ ਕਰਕੇ ਭੱਜ ਗਿਆ, ਉਹ ਬਜ਼ੁਰਗ ਨਾਲੇ ਤੇ ਬੱਚੇ ਨੂੰ ਗਾਲਾਂ ਤੇ ਨਾਲੇ ਸਾਧ ਸੰਗਤ ਉਹਦੇ ਮਾਂ ਬਾਪ ਨੂੰ। ਪਤਾ ਨਹੀਂ ਕਿਹਦੀ ਔਲਾਦ ਸੀ ਇਹ। ਇਹ ਪ੍ਰਮਾਣ ਦਿੱਤਾ ਤਾਂ ਵੇਖੋ, ਇੱਕ ਬਜ਼ੁਰਗ ਨੂੰ ਉਹ ਚੰਗਾ ਲੱਗਿਆ ਜਿਹੜਾ ਉਹਦੇ ਆਖੇ ਲੱਗ ਗਿਆ। ਇਸੇ ਤਰ੍ਹਾਂ ਸਾਧ ਸੰਗਤ ਇੱਕ ਬੋਲਣ ਵਾਲੇ ਪ੍ਰਚਾਰਕ ਨੂੰ ਉਹ ਚੰਗੇ ਲੱਗਦੇ ਜਿਹੜੇ ਸਾਧ ਸੰਗਤ ਉਹਨਾਂ ਦੇ ਆਖੇ ਲੱਗ ਜਾਂਦੇ। 3 ਦਿਨ ਦੀਵਾਨ ਸਜਣੇ, ਸਤਿਗੁਰਾਂ ਦੀ ਕਿਰਪਾ ਰਹੀ। 3 ਦਿਨ ਦੀਵਾਨ ਸਜਣੇ,
ਅਸੀਂ ਸਮਝਾਂਗੇ ਕਿ ਸਾਡਾ ਆਉਣਾ ਸਫਲਾ ਹੋ ਗਿਆ ਜੇ 5-7 ਨੇ ਵੀ ਨਸ਼ੇ ਛੱਡ ਦਿੱਤੇ। 5-7 ਨੇ ਨਸ਼ੇ ਛੱਡਣ ਦਾ ਪਰਨ ਕਰ ਲਿਆ। ਸਾਧ ਸੰਗਤ 5-10 ਨੇ ਕੇਸ ਰੱਖਣ ਦਾ ਪਰਨ ਕਰ ਲਿਆ। ਕਿਸੇ ਨੇ ਪਾਠ ਕਰਨ ਦਾ ਪਰਨ ਕਰ ਲਿਆ ਤੇ ਸਾਧ ਸੰਗਤ ਸਮਝਾਂਗੇ ਸਾਡਾ ਬਹੁਤ ਸਤਿਕਾਰ ਹੋ ਗਿਆ। ਇਹੋ ਹੀ ਸਾਧ ਸੰਗਤ ਵੱਡਾ ਸਤਿਕਾਰ ਹੁੰਦਾ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਰਹਿੰਦੇ ਸਮੇਂ ਦੀ ਉਡੀਕ ਕਰਨੀ ਹੈ, ਪਿਆਰ ਦੇ ਨਾਲ ਭਾਰੀ ਗਿਣਤੀ ਦੇ ਵਿੱਚ। ਅੱਜ ਇਕੱਲੇ ਆਏ ਹੋ, ਕੱਲ ਨੂੰ 1 ਨੂੰ 2 ਨੂੰ 4 ਨੂੰ 5 ਨੂੰ 10 ਨੂੰ ਨਾਲ ਲੈ ਕੇ ਆਇਓ। ਚੰਗੇ ਪਾਸੇ ਤੁਰੀਏ ਤੇ ਜਥੇ ਬਣਾ ਕੇ, ਟੋਲੀਆਂ ਬਣਾ ਕੇ, ਤੇ ਮਾੜੇ ਪਾਸੇ ਤੇ ਕੱਲਾ ਵੀ ਨਾ ਜਾਈ। ਸੰਗਤ ਕਰਨੀ ਤੇ ਕਰਾਉਣੀ ਦੋਨਾਂ ਦਾ ਹੀ ਫਲ ਹੈ। ਨਾਮ ਜਪਣਾ ਜਪਾਉਣਾ ਦੋਨਾਂ ਦਾ ਹੀ ਲਾਭ ਹੈ। ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜੀਏ, ਹੋਰਨਾਂ ਨੂੰ ਜੋੜੀਏ। ਅਸੀਂ ਦੀਵਾਨ ਤੇ ਟੇਕ ਰੱਖਦੇ ਵੀ ਦੀਵਾਨ ਆਉਣਗੇ, ਬਾਬੇ ਕੁਝ ਆਖਣਗੇ, ਪ੍ਰਚਾਰਕ ਕੁਝ ਆਖਣਗੇ। ਜੇ ਅਸੀਂ ਕੱਲਾ ਪ੍ਰਚਾਰਕ ਬਣ ਜਾਈਏ, ਇੱਕ ਅੰਮ੍ਰਿਤ ਛਕੇ ਵਾਲਾ ਇੱਕ ਨੂੰ ਹੋਰ ਛਕਾਵੇ, ਇੱਕ ਬਾਣੀ ਪੜਨ ਵਾਲਾ ਇੱਕ ਹੋਰ ਨੂੰ ਬਾਣੀ ਪੜਨ ਲਾਵੇ, ਇੱਕ ਜਿਹੜਾ ਨਸ਼ਿਆਂ ਤੋਂ ਬਚਿਆ ਮੁਕਤ ਹੈ ਉਹ ਇੱਕ ਹੋਰ ਨੂੰ ਸਾਧ ਸੰਗਤ ਨਸ਼ੇ ਛੱਡਣ ਦੀ ਪ੍ਰੇਰਨਾ ਦੇਵੇ। ਜਿਹੜਾ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜਿਆ ਇੱਕ ਹੋਰ ਨੂੰ ਜੋੜੇ। ਤੇ ਵੇਖੋ ਫਿਰ ਕਿਸ ਤਰ੍ਹਾਂ ਪੰਥ ਦੀਆਂ ਗੂੰਜਾਂ ਪੈਂਦੀਆਂ, ਧਰਮ ਦੀ ਜੈ ਜੈਕਾਰ ਹੁੰਦੀ। ਨਹੀਂ, ਸਾਨੂੰ ਸਿੱਖੀ ਪੰਡਾਲ 'ਚ ਯਾਦ ਆਉਂਦੀ, ਸਾਨੂੰ ਸਿੱਖੀ ਸਟੇਜਾਂ ਤੇ ਯਾਦ ਆਉਂਦੀ। ਸਾਰੇ ਜਾਣੇ ਆਪਣਾ ਫਰਜ਼ ਪਛਾਣਿਆ ਕਰੀਏ ਤੇ ਸਾਧ ਸੰਗਤ ਸਤਿਗੁਰੂ ਦੀ ਰਹਿਮਤ ਹੋਵੇਗੀ, ਧਰਮ ਦੀ ਜੈ ਜੈਕਾਰ ਹੋਵੇਗੀ। ਪਾਤਸ਼ਾਹ ਕਿਰਪਾ ਕਰਨ, ਰਹਿੰਦੇ ਸਮੇਂ ਦੀ ਉਡੀਕ ਕਰੋ। और रल मिल के समाप्ति करिए। राम कली महला तीजा आनंद। एक ओंकार सतगुर प्रसाद। आनंद भया मेरी माए
ਸਤਿ